ਕਰ ਰਹੇ ਨੇ ਐਕਸਪਲੋਰ, ਜਿਹੜੇ ਉਹ ਟ੍ਰਾਂਸਲੇਟਰ ਸੀ ਸੁਣਦੇ ਹੁੰਦੇ ਸੀ ਨਾ ਕਿ ਨਿਊ ਵਰਲਡਸ ਐਕਸਪਲੋਰ ਕਰਦੇ ਆ, ਇਹ ਬਸ਼ਰਮੀ ਦੀਆਂ ਇੰਤਹਾਵਾਂ ਨਈਆਂ ਐਕਸਪਲੋਰ ਕਰਦੇ ਰਹਿੰਦੇ ਨੇ। ਤਾਰਿਕ ਚੌਹਾਨ ਬਈ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah, ਮੈਨੂੰ ਇਹ 69 ਦੀ ਇਸਤਲਾਹ ਦਾ ਅੱਜ ਪਤਾ ਲੱਗਾ ਹੈ, ਅੱਲਾ ਦੀ ਕਸਮ ਖਾ ਕੇ ਮੈਂ कहना। इतना गंदा और इतना घटिया ਇਹਦਾ मतलब है। ਬਿਲਕੁਲ। ਤੇ ਉਹਨੇ ਕੁਰਾਨ ਦੀ ਆਇਤ ਦੇ ਅੱਗੇ 69 ਲਾਇਆ ਹੋਇਆ। ਹਾਂ ਤੇ ਇਹਨਾਂ ਦੀ ਫਿਰ ਉਹ ਫਾਇਜ਼ਾ ਬੀਬੀ ਸਹੀ ਆਂਦੀ ਸੀ ਨਾ ਵੀ ਸਾਡੇ ਘਰ ਉਹ ਕੰਮ ਹੁੰਦੇ ਨੇ ਜਿਹੜਾ ਮੁਲਹਦਾ ਦੇ ਘਰ ਵੀ ਨਹੀਂ ਹੁੰਦੇ। ਮੁਲਹਦੀਨ ਤੋਂ ਵੀ ਬਦਤਰ ਨੇ। ਬਿਲਕੁਲ। ਫਿਲਹਾਲ ਭਾਈ ਉਹ ਆਡੀਓ ਨਹੀਂ ਜੇ ਆਡੀਓ ਚਲਾਓ। ਉਹ ਬੱਕਾ ਸਾਹਿਬ ਮੀਰ ਭਾਈ ਨੇ ਕੀਤੀ ਰਿਕਾਰਡ ਦਾ, ਮਿਲ ਜੇਗੀ ਆਡੀਓ। ਅਮਰ ਭਾਈ ਅੱਜ ਕਮਾਲ ਕਰ ਛੜਿਆ ਮੀਏ ਨੇ ਜੀ ਆਪਣੀ ਔਕਾਤ ਵਹਾੜੀ ਜਿਹੜੀ। ਅੱਛਾ ਇੱਕ ਮਿੰਟ ਇਹ ਉੱਥੇ ਬੰਦਾ ਆਣ ਲੱਗਾ ਤੇ ਪਛਾਣਨਾ ਹੈ ਕੌਣ ਹੈ। ਰਿਕਾਰਡਿੰਗ ਚਲਾਏਗਾ, ਗਲਤ ਬੋਲੇ ਨਾ, ਲੇਕਿਨ ਰਿਕਾਰਡਿੰਗ ਚਲਾਏਗਾ ਗਾਲਾਂ ਵਾਲੀ, ਫਿਰ ਮੈਂ ਤੁਹਾਨੂੰ ਦੱਸਦਾ ਕੌਣ ਹੈ। ਅਮਦਾਰੀ ਸਾਹਿਬ ਇਹ ਕੌਣ ਹੈ, ਪਛਾਣੋ ਹਾਂ ਭਲਾ। ਇਹ ਬੰਦਾ ਵੀ ਸਾਡੇ ਬਰਾੜ ਤੇ ਤਾਰਿਕ ਚੌਹਾਨ ਸਾਹਿਬ ਐਕਸਪੋਜ਼ ਹੋ ਗਿਆ ਜੀ। ਇਹ ਬੰਦਾ ਨਹੀਂ ਮੈਂ ਨਹੀਂ ਜਾਣਦਾ ਕੌਣ ਹੈ ਭਲਾ। ਨਹੀਂ ਤਾਰਿਕ ਚੌਹਾਨ ਸਾਹਿਬ गजनी जी। अच्छा गजनी कौन है? गजनी है कीटा ग्रुप का मैंबर, AK-40 जग्गा, AK-47 ਦਾ ਯਾਰ। ਗਜਨੀ ਵੀ ਫੇਕ ਨਾ ਹੈ ਤੇ ਮਦਾਰੀ ਵੀ ਫੇਕ ਨਾ ਹੈ, ਕਿਹੜਾ ਕੋਈ ਇਹਨਾਂ ਦੀ ਕੋਈ ਅਸਲੀਅਤ ਜਿਹੜੀ ਹੈ ਉਹ ਸ਼ੋ ਕਰਦੇ ਨੇ। ਗਜਨੀ ਵੀ ਤੇ ਫੇਕ ਹੀ ਇੱਕ ਆਈਡੀ ਹੈ, ਮਤਲਬ ਮਿਰਜ਼ਾਈਆਂ ਦੀਆਂ ਫੇਕ ਆਈਡੀਆਂ। ਜੀ ਜੀ ਹਾਂ। ਇਹ ਇੱਥੇ ਰੋਜ਼ ਮੇਰੇ ਕੋਲ ਆਂਦਾ ਸੀ ਤੇ ਮੈਨੂੰ ਕਹਿੰਦਾ ਸੀ ਆਪਣੀ ਓਰੀਜਨਲ ਆਈਡੀ ਕਹੋ ਕਿ ਬਲਾਲ ਭਾਈ ਤੁਸੀਂ ਹੁਸੈਨੀ ਦੀ ਬਰਾੜ ਤੇ ਕਿਉਂ ਜਾਂਦੇ ਹੋ, ਹੁਸੈਨੀ ਗੁਸਤਾਖੀ ਕਰਵਾਉਂਦਾ ਹੈ। ਅੱਛਾ ਠੀਕ ਹੈ। ਤੇ ਇਹ ਬੰਦਾ ਇਤਨੇ ਸ਼ਾਤਮੀਅਤ ਦੇ ਕਮੈਂਟ ਕਰਦਾ ਸੀ, ਉੱਤੇ ਆ ਕੇ ਰਿਕਾਰਡਿੰਗਾਂ ਚਲਾਉਂਦਾ ਸੀ। ਤੇ ਅੱਜ ਕੀ ਹੋਇਆ ਕਿ ਇਹ ਉੱਤੇ ਆਇਆ ਹੈ ਤੇ ਉੱਤੇ ਆਂਦਿਆਂ ਸਾਰ ਹੀ ਨਾ ਕਿਧਰੇ ਇਹਨੂੰ ਭੁੱਲ ਗਿਆ ਕਿ ਮੇਰਾ ਮਾਈ ਕੌਣ ਹੈ ਤੇ ਗੱਲਾਂ ਕਰਨ ਦਿਆ ਕਿਸੇ ਨਾਲ। ਤੇ ਤੁਹਾਨੂੰ ਪਤਾ ਆਪਾਂ ਤੇ 1 ਸੈਕਿੰਡ 'ਚ ਬੰਦਾ ਪਛਾਣ ਲਈਦਾ ਕਿ ਆਵਾਜ਼ ਕਿਹੜੀ ਹੈ। ਹਾਂ ਹੁਣ ਤੁਸੀਂ ਗੱਲ, ਮੈਂ ਕਿਧਰੇ ਮਰਜ਼ੀ ਤਾਰਿਕ ਚੌਹਾਨ ਸਾਹਿਬ ਮੈਂ ਆਈਡੀ ਤੋਂ ਐਸ ਤੋਂ ਨਾਮ ਹੀ ਆਵਾਂ, ਹਾਂ ਮੇਰੀ ਆਵਾਜ਼ ਬੰਦੇ ਨੂੰ ਪਤਾ ਜਿਹੜਾ ਮੈਨੂੰ ਜਾਣਦਾ ਹੈ। ਬਿਲਕੁਲ ਬਿਲਕੁਲ। ਅੱਛਾ ਇਹ ਬੰਦਾ ਉੱਤੇ ਆ ਗੱਲਾਂ ਕਰਦਾ, ਮੈਂ ਕਿਹਾ ਉਹ ਗਜਨੀ ਤੂੰ ਹੈ? ਇਹਦਾ ਨਾਲ ਹੀ ਮਾਈਕ ਬੰਦ ਕੀਤਾ, ਛਾਲ ਮਾਰ ਕੇ ਥੱਲੇ ਚਲਾ ਗਿਆ। ਹਾਂ ਠੀਕ ਹੈ। ਆ ਹੁਣੇ ਦੀ ਗੱਲ ਤੁਹਾਡੇ ਆਉਣ ਤੋਂ 15 ਮਿੰਟ ਪਹਿਲਾਂ ਦੀ ਗੱਲ ਹੋਣੀ। ਨਹੀਂ ਇਹਦਾ ਮਕਸਦ ਕੀ ਵੀ ਆ ਕੇ ਕੋਈ ਗੰਦਮੰਦ ਦੀ ਆਡੀਓ ਲਗਾ ਦੇਣਾ, ਪਤਾ ਨਹੀਂ ਕੀ ਅਚੀਵ ਕੀ ਕਰ ਸਕਦਾ ਆਦਮੀ ਇਹਦੇ ਨਾਲ। ਜਦੋਂ ਓਰੀਜਨਲ ਆਈਡੀ ਤੋਂ ਤੁਸੀਂ ਆਪਣਾ ਮਕਸਦ ਉਹ ਗੁੱਸਾ ਨਹੀਂ ਕੱਢ ਸਕਦੇ ਤਾਰਿਕ ਚੌਹਾਨ ਸਾਹਿਬ, ਤੇ ਫਿਰ ਤੁਹਾਨੂੰ ਇੱਕ ਫੇਕ ਆਈਡੀ ਚਾਹੀਦੀ ਹੈ ਜਿਹਦੇ ਤੋਂ ਤੁਸੀਂ ਬੋਲੋ ਨਾ, ਤੁਸੀਂ ਰਿਕਾਰਡਿੰਗਾਂ ਚਲਾਓ ਜਾਂ ਕਮੈਂਟ ਕਰੋ ਸ਼ਾਤਮੀਅਤ ਵਾਲੇ। ਹਾਂ ਹੁਣ ਤੁਸੀਂ ਨੋਟ ਕਰਿਆ ਜੇ ਬਈ ਆ ਜਿਹੜੇ ਹਸੈਨੀ ਸਾਹਿਬ ਉਹਨਾਂ ਦੀ ਆਈਡੀ ਦੇ ਥੱਲੇ ਹੁਣ ਇੱਕ ਨਵੀਂ ਆਈਡੀ ਆਉਣ ਲੱਗ ਪਈ ਹੈ ਜਿਹਦਾ ਨਾਮ ਹੈ ਮੋਇਦ ਇਲਾਹੀ। ਗੰਜੇ ਜਿਹੇ ਇੱਕ ਬੰਦੇ ਦੀ ਤਸਵੀਰ ਬਣੀ ਉਹ ਰੀਸੈਂਟਲੀ ਆਈਡੀ ਐਡ ਹੋਈ ਹੈ। ਇਸ ਤਰ੍ਹਾਂ ਦੇ ਬੜੇ ਲੋਕ ਨੇ ਨਜ਼ਾਇਤ ਦੇ 15 ਆਈਡੀਆਂ 5 ਆਈਡੀਆਂ ਰੱਖੀਆਂ ਹੋਈਆਂ ਸੋ ਓਰੀਜਨਲ ਆਈਡੀ ਤੋਂ ਆ ਕੇ ਬੜੀ ਅੱਛੀ ਗੱਲ ਕਰਨਗੇ, 2 ਨੰਬਰ ਆਈਡੀ ਤੋਂ ਆ ਕੇ ਗੰਦ ਬਕਣਗੇ। ਕੀ ਪਤਾ ਕਿਸੇ ਨੂੰ ਕੀ ਹੈ ਮਗਰ ਉਹ ਤੇ ਬੋਲੇ ਤੇ ਪਤਾ ਲੱਗੇ। ਇਹ ਜੀ ਗੱਲ ਜੀ ਪੱਪੂ ਮਲਕ ਸਾਹਿਬ ਕਿ ਹੁਸੈਨੀ ਸਾਹਿਬ ਦੇ ਜੀ अस्सलाम वालेकुम रहमतुल्लाहि व बरकातहू ਕਿ ਸ਼ਾਤਮੀਅਤ ਕਰੇ ਤੇ ਉਹ ਤਾਂ ਬਰਾੜ ਹੀ ਕਰਾ ਦਿੰਦੇ ਨੇ। प्यारे भाइयों क्या हाल है? ठीक है ਕੋਈ ਬਾਬੇ ਨੇ ਨਹੀਂ ਤਕਲੀਫ ਪਹੁੰਚਾਈ ਹੈ ਤੈਨੂੰ यार जिस नहीं तारिक चौहान साहब ਜਦੋਂ ਮੈਂ ਬਾਬੇ ਦਾ ਨਾਂ ਹੀ ਨਹੀਂ ਲਿਆ ਤੇ ਫਿਰ ਤੁਸੀਂ ਵਿੱਚ ਕਿਉਂ ਬਾਬਿਆਂ ਨੂੰ ਵਿਚਾਰੇ ਨੂੰ ਬੇਗੁਨਾਹ ਨੂੰ ਬਾਬੇ ਯਾਰ ਹਰ ਵੇਲੇ ਚਾਹੇ ਕੋਈ ਗੁਨਾਹਗਾਰ ਬਾਬਾ ਸੀ ਚਾਹੇ ਕੋਈ ਬੇਗੁਨਾਹ ਬਾਬਾ ਸੀ, ਕਿਉਂ ਉਹਨੂੰ ਤੁਸੀਂ ਵਿੱਚ ਲੈ ਕੇ ਆ ਰਹੇ ਹੋ ਤਾਰਿਕ ਚੌਹਾਨ ਸਾਹਿਬ ਜੀ? ਪੱਪੂ ਮਲਕ ਭਾਈ ਕੀ ਹਾਲ ਹੈ? ਨਹੀਂ ਮੈਂ ਕਹਿ ਰਿਹਾ ਯਾਰ ਇੱਕ ਤੇ ਹਰ ਬਰਾੜ ਤੇ ਜਾਓ ਤੇ ਅੱਜਕੱਲ ਸ਼ਾਤਮੀਅਤ ਯਾਰ ਕੋਈ ਹੋਰ ਹੀ ਗੱਲ ਕਰ ਲਿਆ ਕਰੋ ਭਾਈ। ਸ਼ਾਤਮੀਅਤ ਯਾਰ ਭਾਗੇ ਨੇ ਮਾਰਫਤ ਦਾ ਨੁਕਤਾ ਦੱਸ ਸਾਨੂੰ ਅੱਜ ਯਾਰ ਪੱਪੂ। ਕੀ ਨਾਮ ਹੈ ਤੁਹਾਡਾ ਪੱਪੂ ਮਲਕ ਸਾਹਿਬ? ਯਾਰ ਸ਼ਾਤਮੀਅਤ ਤੋਂ ਤਾਰਿਕ ਚੌਹਾਨ ਸਾਹਿਬ ਮੈਨੂੰ ਦੱਸੋ ਜ਼ਰਾ, ਵੈਸੇ ਸ਼ਾਤਮੀਅਤ ਤੋਂ ਯਾਦ ਆਇਆ ਜਿਹੜੇ ਮੁਹੰਮਦ ਅਲੀ ਇੰਜੀਨੀਅਰ ਸਾਹਿਬ ਨੇ, ਅੱਲਾਹ ਤਾਲਾ ਉਹਨਾਂ ਦੀ ਰਾਹੀ ਫਰਮਾਏ ਜਲਦੀ, ਇਹ ਜਿਹੜੀ ਸਾਡੀ ਇਸਲਾਮੀ ਨਜ਼ਰਿਆਤੀ ਕੌਂਸਲ ਹੈ ਇਹਨਾਂ ਨੇ ਜਿਹੜਾ ਤੁਹਾਨੂੰ ਪਤਾ ਲੱਗਾ ਹੋਏਗਾ ਇਹਨਾਂ ਨੇ ਜਿਹੜੀ ਡੰਡੀ ਮਾਰੀ ਹੈ ਕੱਲ ਪਰਸੋਂ, ਇਹਨਾਂ ਨੇ ਕਿਹਾ ਜੀ ਉਹਨੇ ਕੀਤੀ ਹੈ ਸ਼ਾਤਮੀਅਤ, ਉਹਨੇ ਗਲਤੀ ਕੀਤੀ ਹੈ ਤੇ ਉਹਨੂੰ ਜਿਹੜਾ ਨਾ ਉਹਨਾਂ ਨੇ ਬਲਕਿ ਪਿਛਲੇ ਵੀ ਚੱਟੇ ਕੱਟੇ ਜਿਹੜੇ ਨੇ ਕੱਢ ਲੈਣੇ। ਇਹਨੇ ਇੱਕ ਵਾਰੀ ਕੁਰਾਨ ਦਾ ਗਲਤ ਤਰਜਮਾ ਕੀਤਾ ਸੀ। ਇਸਲਾਮੀ ਨਜ਼ਰੀਆਤੀ ਕੌਂਸਲ ਦੇ ਮਿਆਰ ਦੇ ਮੁਤਾਬਿਕ ਉਹਨੇ ਸ਼ਾਤਮੀਅਤ ਕੀਤੀ ਹੈ। ਅਸੀਂ ਤੇ ਨਹੀਂ ਉਹਨੂੰ ਸਮਝਦੇ ਕਿ ਉਹਨੇ ਕੀਤੀ ਹੈ, ਲੇਕਿਨ ਉਹਨਾਂ ਦੇ ਮਿਆਰ ਦੇ ਮੁਤਾਬਿਕ ਉਹਨੇ ਕੀਤੀ ਹੈ।
ਉਹਨਾਂ ਨੇ ਉਹੀ ਫੈਸਲਾ ਕੀਤਾ। ਨਹੀਂ ਤੇ ਤਾਰਿਕ ਚੌਹਾਨ ਸਾਹਿਬ ਉਹ ਜਿਹੜੇ ਉਹਨਾਂ ਦਾ ਮਿਆਰ ਕਿਹੜਾ ਹੈ? ਅਗਰ ਉਹਨਾਂ ਦਾ ਜਿਹੜਾ ਮਿਆਰ ਹੈ ਤੇ ਫਿਰ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ, ਉਹਨਾਂ ਦੇ ਜਿਹੜੇ ਆਪਣੇ ਬਾਬੇ ਲਿਖ ਕੇ ਗਏ ਨੇ, ਉਹ ਸ਼ਾਤਮੀਅਤ ਨਹੀਂ ਹੈ। ਬਾਬੇ ਤੇ ਇਸ ਵੇਲੇ ਨਹੀਂ ਨਾ ਮੌਜੂਦ, ਜਿਹੜਾ ਬੰਦਾ ਨਹੀਂ ਮੌਜੂਦ ਹੈ ਉਹਦੇ ਮੁਤਾਲਿਕ ਵੈਸੇ ਇੱਕ ਕੁਐਸਚਨ ਕਰ ਰਿਹਾ, ਇਹ ਜਿਹੜੇ ਇਸਲਾਮਿਕ ਨਜ਼ਰਿਆਤੀ ਕੌਂਸਲ ਜਿਹੜੇ ਯਾਰ ਗਵਰਨਮੈਂਟ ਨੇ ਤੁਹਾਡੇ ਕੋਲ ਇੱਕ ਰਾਏ ਤੁਹਾਡੀ ਪੁੱਛੀ ਹੈ, ਤੁਸੀਂ ਉਹਦੀ ਤੇ ਰਾਏ ਦਿਓ ਤੇ ਤੁਸੀਂ ਭਾਈ ਅਸੀਂ ਪੋਸਟਰ ਲਾਇਆ ਹੈ ਪੱਪੂ ਮਲਕ ਸਾਹਿਬ, ਅਗਰ ਇੱਥੇ ਗੱਲ ਕਰਨਾ ਚਾਹੁੰਦੇ ਹੋ ਤਾਂ ਬਹੁਤ ਸ਼ੁਕਰੀਆ। 69 ਦਾ ਮੈਨੂੰ ਨਹੀਂ ਪਤਾ ਸਾਹਿਬ, ਵੈਲਕਮ ਮੀਆਂ 69 ਸਾਹਿਬ ਕੋ ਵੈਲਕਮ। ਉਹ ਜਦੋਂ ਆਇਆ ਨਹੀਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਵੈਲਕਮ ਕਰੋਗੇ ਯਾਰ? ਬਾਬੇ ਆਏ ਨੇ ਇੱਥੇ? ਨਹੀਂ ਬਾਬੇ ਯਾਰ ਬਸ ਠੀਕ ਹੈ, ਉਹਨਾਂ ਨੂੰ ਵੀ ਕੋਈ ਵੈਲਕਮ ਨਹੀਂ ਹੋਇਆ। ਕੋਈ ਗੱਲ ਕਰੋ, ਹੋਰ ਸੁਣਾਓ। ਠੀਕ ਹੈ, ਮਿਰਜ਼ਾ ਸਾਹਿਬ ਤੇ ਉਹ ਵੀ ਇੱਥੇ ਮੌਜੂਦ ਨਹੀਂ ਹੈ, ਮੇਰੀ ਬਰਾਤ ਨਹੀਂ ਆਉਂਦਾ। ਇੱਕ ਮਿੰਟ ਇੱਥੇ ਬੈਠੀ ਹੈ ਤਾਜ ਚੌਹਾਨ ਸਾਹਿਬ, ਇੱਕ ਮਿੰਟ। ਨਾ ਤੇ ਇਸਲਾਮੀ, ਸੁਣ ਲਓ ਮਲਕ ਸਾਹਿਬ, ਨਾ ਤੇ ਇਸਲਾਮੀ ਨਜ਼ਰਿਆਤੀ ਕੌਂਸਲ ਮੌਜੂਦ ਹੈ, ਨਾ ਮਿਰਜ਼ਾ ਮੁਹੰਮਦ ਅਲੀ ਇੰਜੀਨੀਅਰ ਮੌਜੂਦ ਹੈ, ਤੇ ਨਾ ਮੀਆਂ 69 ਮੌਜੂਦ ਹੈ। ਹੋਰ ਸੁਣਾਓ, ਸਿਹਤ ਤਬੀਅਤ ਠੀਕ ਹੈ? ਖੋਲੋ ਮਾਈਕ। ਅਰੇ ਮੇਰੀ ਤੇ ਸਿਹਤ ਤਬੀਅਤ ਠੀਕ ਹੈ, ਲੇਕਿਨ ਯਾਰ ਮੈਨੂੰ ਤਾਰਿਕ ਚੌਹਾਨ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਯਾਰ। ਤੇ ਪਾਕਿਸਤਾਨ ਦੇ ਅੰਦਰ ਜਿੰਨੇ ਵੀ ਸ਼ੁਰਫਾ ਪਾਕਿਸਤਾਨ ਵੀ ਇੱਥੇ ਮੌਜੂਦ ਨਹੀਂ ਹੈ, ਇੱਥੇ ਕੋਈ ਬੰਦਾ ਪਾਕਿਸਤਾਨ ਦੇ ਨਹੀਂ ਬੈਠਾ ਹੋਇਆ ਯਾਰ। ਮੁਹੱਬੇ ਵਾਲੇ ਅਸੀਂ ਸਵੀਡਨ ਚ ਬੈਠੇ ਨਹੀਂ, ਉਹ ਸਾਰੇ ਦਿਨ ਰੱਦੇ ਕਾ ਦੇਨਿਤ ਕਰਕੇ ਤੁਹਾਨੂੰ ਪਤਾ ਹੈ ਕਿ ਇਹ ਬੰਦੇ ਨੇ ਕੀ ਗੰਦ ਫੈਲਾਇਆ ਅੱਜ? ਯਾਰ ਮੈਨੂੰ ਨਹੀਂ ਮੇਰੇ ਭਾਈ ਪਤਾ, ਦੱਸ। ਮੈਂ ਤੁਹਾਨੂੰ ਦੱਸਦਾ ਚਵਲ ਦੀ ਮਾਰੀ ਹੋਣੀ ਉਹਨੇ, ਜੀ ਦੱਸੋ। ਮੀਆਂ 69 ਸਾਹਿਬ ਨੇ ਕੁਰਾਨ ਪਾਕ ਦੀ ਆਇਤ ਲਿਖ ਕੇ ਨਾ ਅਰ-ਰਹਿਮਾਨ ਤੇ ਅੱਗੇ ਲਿਖਿਆ 69, ਤੇ ਸਾਡੇ ਭਾਈ ਗਏ ਨੇ, ਉਹਨਾਂ ਕਿਹਾ ਵੀ ਮੀਆਂ ਸਾਹਿਬ ਹੈ ਜਿਹੜਾ ਅਰ-ਰਹਿਮਾਨ ਦੇ ਅੱਗੇ ਤੁਸੀਂ 69 ਤੇ ਇੱਕ ਉਹਨਾਂ ਦੀ ਹੋਰ ਆਈਡੀ ਜਿਹਦਾ ਨਾਮ ਹੈ ਅਲ ਅੰਬੀਆ ਤੇ ਉਹਦੇ ਅੱਗੇ ਲਿਖਿਆ 69। ਮਾਜ਼ਅੱਲਾਹ ਅਸਤਗਫਿਰੁੱਲਾਹ, ਨਕਲੇ ਕੁਫਰ ਨਬਾਸ਼ਤ। ਤੇ ਉੱਥੇ ਜਾ ਕੇ ਅਸੀਂ ਪੁੱਛਿਆ ਕਿ ਇਹ ਕੀ ਨਾਮ ਹੈ, ਇਹ ਜਿਹੜਾ ਸਾਡੇ ਅਹੀਲ ਭਾਈ ਵੀ ਆਏ ਨੇ ਤੇ ਇਹਨਾਂ ਨੂੰ ਵੀ ਅਸੀਂ ਜੀ ਇੱਕ ਮਿੰਟ, ਬਲਕਿ ਮੈਂ ਤੁਹਾਡੀ ਸਕਰੀਨ ਵੱਡੀ ਕਰਦਾ ਵਾਂ ਤਾਂ ਕਿ ਇਹ ਜਿਹੜੀ 69 ਦੀ ਮੁਹਿੰਮ ਹੈ ਇਹ ਜਾਰੀ ਹੋ ਸਕਦੀ ਜਾਵੇ। ਅੱਛਾ, ਉਹਨਾਂ ਆਖਿਆ ਬਈ ਨਹੀਂ ਬਈ ਜਿਹੜੀਆਂ ਥੱਲੇ ਦੋ ਆਈਡੀਆਂ ਨੇ ਇਹਨਾਂ ਨੂੰ ਮੈਂ ਨਹੀਂ ਲੈ ਸਕਦਾ ਤੇ ਕੋਈ ਹੋਰ ਆਈਡੀ ਅਗਰ ਆ ਜਾਵੇ। ਅੱਛਾ, ਉਹਨਾਂ ਆਖਿਆ ਵੀ ਮੀਆਂ ਸਾਹਿਬ ਮੀਆਂ 69 ਦਾ ਕੀ ਮਕਸਦ ਹੈ? ਤੁਹਾਡਾ ਨਾਮ ਤੇ 49 ਹੁੰਦਾ ਸੀ। ਉਹਨੇ ਕਿਹਾ ਜੀ ਇਹ ਕੁਰਾਨ ਦੀ ਆਇਤ ਹੈ, ਰਹਿਮਾਨ ਦੀ ਜਿਹੜੀ ਨਾ ਸੂਰਤ ਦੀ ਆਇਤ ਹੈ 69 ਤੇ ਉਹਦਾ ਮਤਲਬ ਬੰਦਾ ਫਾਬੀਆ ਲਾਏ ਰੱਬੀ ਕੁਮਤ ਕਜ਼ੀਮਾਂ, ਤੇ ਮੈਂ ਉਸ ਹਿਸਾਬ ਨਾਲ ਲਾਇਆ। ਸਾਡੇ ਭਰਾਵਾਂ ਨੇ ਚੈੱਕ ਕੀਤਾ ਤੇ ਨਾ 69 ਉਸ ਆਇਤ ਦਾ ਨੰਬਰ ਹੈ ਤੇ ਨਾ 69 ਆਇਤਾਂ ਨੇ ਉਸ ਸੂਰਤ ਦੇ ਵਿੱਚ। ਤੇ ਬਾਅਦ ਜਦੋਂ ਮੈਂ ਪੁੱਛਿਆ ਮੀਆਂ ਸਾਹਿਬ ਅਗਰ ਮੈਂ ਤੁਹਾਨੂੰ ਮੀਆਂ 69 ਆਖਾਂ ਤੇ ਤੁਸੀਂ ਗੁੱਸਾ ਤਾਂ ਨਹੀਂ ਕਰੋਗੇ? ਪੱਪੂ ਮਲਕ ਭਾਈ ਸੁਣ ਰਹੇ ਹੋ ਮੌਜੂਦ? ਮੈਂ ਸੁਣਿਆ ਮੀਆਂ 69 ਤੇ ਉਹਨੇ ਆਖਿਆ ਕਿ ਮੈਂ ਤੈਨੂੰ ਕੁੱਤੇ ਦਾ ਪੁੱਤਰ ਆਖਾਂ ਤੇ ਤੂੰ ਗੁੱਸਾ ਤਾਂ ਨਹੀਂ ਕਰੇਗਾ? ਮੈਂ ਕਿਹਾ ਮੀਆਂ ਸਾਹਿਬ ਮੈਂ ਤੁਹਾਨੂੰ ਤਾਂ ਪੁੱਛਣ ਰਿਹਾ, ਮੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਕਿ 69 ਕਿਉਂ ਤੁਸੀਂ ਗੁੱਸਾ ਕਰ ਰਹੇ ਹੋ। ਉਹਨੇ ਕਿਹਾ ਜਿਹੜੀ ਮਰਦ ਔਰ ਔਰਤ ਕਰਾਸ ਦੇ ਵਿੱਚ ਲੇਟ ਕੇ ਤੇ ਇੱਕ ਦੂਸਰੇ ਦੇ ਨਾਲ ਗਲਤ ਹਰਕਤ ਕਰਦੇ ਨੇ ਨਾ, ਇੱਕ ਦੂਜੇ ਦੇ ਯਾਨੀ ਮਕਾਮੇ ਮਖਸੂਸਾ ਦੇ ਨਾਲ, ਉਹ ਸਾਈਨ ਬਣਦਾ ਹੈ 69 ਦਾ। ਯਾਨੀ ਉਹ ਵੇਖੋ ਨਾ ਤੁਸੀਂ ਧਿਆਨ ਨਾਲ। ਤੇ ਅਸੀਂ ਫਿਰ ਉਹਨੂੰ ਕਿਹਾ ਲਾਂਤੀਆ, ਉਹ ਤੇਰੇ ਵਿੱਚ ਹਰਾਮ ਜ਼ਿੰਦਗੀ ਔਰ ਖਬਾਸਤ ਨਹੀਂ ਗਈ, ਉਹ ਲਾਂਤੀਆ ਤੈਨੂੰ ਤੇ ਇਹ ਗੱਲ ਕਰ ਰਿਹਾ ਸੀ ਹਾਮਦ ਪੱਟੀ ਮਰਜ਼ਈ ਜਾਂ ਜੱਗਾ 49 ਮਰਜ਼ਈ ਜਾਂ ਦੂਸਰੇ ਮਿਰਜ਼ਾਈ, ਤੂੰ ਕੁਰਾਨ ਦੀ ਆਇਤ ਫੜ ਕੇ 69 ਲਾ ਰਿਹਾ ਹੈ ਲਾਂਤੀਆ ਖਬੀਸਾ। ਇਹ ਗੱਲ ਉਹਨੇ ਕਿਹਾ ਮੈਂ ਤਾਂ ਲਾਈ ਆ। ਇਹ ਅੱਜ ਗੱਲ ਸਰ ਇਹਦੇ ਤੇ ਗੱਲ ਕਰੋ, ਕੋਈ ਕਰਨੀ ਜਤੇ ਯਾਰ ਐਲੇ ਬੈਦ ਸਾਹਿਬ ਆਪਣਾ ਮੈਨੂੰ ਸਮਝ ਆਈ ਵੀ ਬੰਦਾ ਸੀਰੀਅਸ ਨਹੀਂ ਆਈ ਕਿ ਰਹਿਮਾਨ ਉਹਨੇ ਚਲੋ ਲਿਖਿਆ ਰਹਿਮਾਨ ਅੱਗੇ ਨਾ ਇਹ ਗੰਦਾ ਲਿਖ ਦਿੱਤਾ ਹੈ ਤੇ ਮਤਲਬ ਕਿ ਉਹਦਾ ਮਤਲਬ ਸੀ ਕਿ ਇਹ ਰਹਿਮਾਨ ਇਹ ਜਿਹੜਾ ਲਫ਼ਜ਼ ਹੈ ਇਹ ਵੀ ਉਸੇ ਆਇਤ ਦਾ ਬਣਦਾ ਹੈ। ਬਹਿਰਹਾਲ ਮੈਨੂੰ ਅੱਛਾ ਚਲੋ ਦੇ ਜੋ ਵੀ ਕੀਤੀ ਮਾਂ ਨੇ, ਵੈਸੇ ਤੁਹਾਡੀ ਮੈਂ ਲੌਜਿਕ ਸਮਝਿਆ ਤੇ ਨਹੀਂ ਹੈ, ਲੇਕਿਨ ਅਗਰ ਸਮਝ ਵੀ ਜਾਏ ਉਹਨੇ ਅਗਰ ਇੱਕ ਘਟੀਆ ਹਰਕਤ ਕੀਤੀ ਹੈ, ਸ਼ਾਤਮੀਅਤ ਕੀਤੀ ਹੈ ਜਿਹੜੀ ਕਿ ਇਹ ਤੇ ਮੈਨੂੰ ਸਮਝ ਨਹੀਂ ਆਈ, ਤੇ ਤੁਸੀਂ ਬਰਾੜਾ ਲਾ ਕੇ ਪੂਰੀ ਦੁਨੀਆ ਨੂੰ ਸੁਣਾ ਕੇ ਮੁਸਲਮਾਨਾਂ ਦਾ ਦਿਲ ਕਿਉਂ ਤੁਸੀਂ ਜਿਹੜਾ ਨਾ ਖਰਾਬ ਕਰਦੇ ਹੋ? ਜਾਂ ਠੀਕ ਹੈ, ਤੁਸੀਂ ਨਾ ਏਦਾਂ ਕਰੋ, ਸੁਣ ਲਓ, ਤੁਸੀਂ ਏਦਾਂ ਕਰੋ, ਤੁਹਾਨੂੰ ਤਾਂ ਚੁੱਕੇ ਵੈਸੇ ਨਹੀਂ ਸਮਝ ਆਈ, ਤੁਹਾਨੂੰ ਤੇ ਇੱਕ ਮਿੰਟ ਬੱਕ ਸਾਹਿਬ ਜੀ 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 ਨਾ 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 ਮਕਰੇ ਬਹੁਤ ਗਲਤ ਗੱਲ ਹੈ, ਬਹੁਤ ਗਲਤ ਗੱਲ ਹੈ। ਐਲੇ ਬੈਸ ਸਾਹਿਬ ਦੇਖੋ ਨਾ 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 ਇਹ ਫਿਰ ਮੈਂ ਕਹਾਂਗਾ ਮੈਂ ਦੋਵਾਂ ਨੂੰ ਮਿਊਟ। ਆਮਰ ਭਾਈ ਮੌਜੂਦ ਹੋ ਕਿ ਨਹੀਂ ਹੋ? ਮੌਜੂਦ ਹੈ। ਇੱਕ ਮਿੰਟ ਯਾਰ ਰੋਂਗ ਨੰਬਰ ਸਾਹਿਬ, ਗੱਲ ਇਹ ਹੈ ਵੀ ਜਿਹੜਾ ਤੁਹਾਨੂੰ ਅਗਰ ਇੱਕ ਚੀਜ਼ ਦੀ ਸਮਝ ਨਹੀਂ ਨਾ ਆਈ
ਤੇ ਤੁਸੀਂ ਚੁੱਪ ਕਰਕੇ ਬਰਾਤ ਤੋਂ ਬਿਲਾਲ ਭਾਈ ਮੈਨੂੰ ਸਮਝ ਨਹੀਂ ਆਈ ਲੇਕਿਨ ਯਾਰ ਇਹਦਾ ਤਰੀਕਾ ਹੈ ਵਿੱਚ ਕਰਨ ਦੀ ਗੱਲ ਕੀ ਤੁਸੀਂ ਵੀ ਅੱਛੇ ਤਰੀਕੇ ਨਾਲ ਗੱਲ ਮੈਂ ਕਹਿ ਰਿਹਾ ਗਲਤ ਕੀਤੀ ਹੈ ਅਬੂ ਬਕਰ ਮੀਰ ਸਾਹਿਬ ਨੇ ਇੰਤਹਾਈ ਗਲਤ ਗੱਲ ਇਹਨਾਂ ਕੀਤੀ ਦੇ ਵੱਡਿਆਂ ਨੇ ਬਾਬਿਆਂ ਨੇ ਇਹਨਾਂ ਦੇ ਔਲੀਆਂ ਨੇ ਇਹਨਾਂ ਨੂੰ ਇਹ ਸਿਖਾਇਆ ਹੈ। ਅੱਛਾ ਗੱਲ ਨੂੰ ਛੱਡੋ ਨਾ ਇੱਕ ਦੂਜੇ ਦੇ ਨਾਲ ਲੜਾਈ ਕਰੋ। ਅਬ ਰੋਂਗ ਨੰਬਰ ਸਾਹਿਬ ਦਾ ਜਿਹੜਾ 6 ਹੈ ਨਾ ਇਹਨੂੰ ਤੁਸੀਂ ਬਣਾ ਦਿਓ ਔਰਤ ਤੇ 9 ਨੂੰ ਬਣਾ ਦਿਓ ਮਰਦ ਤੇ ਇਹ 6 ਦਾ ਸਿਰ ਕਿੱਧਰ ਨੂੰ ਆ ਤੇ 9 ਦਾ ਸਿਰ ਕਿੱਧਰ ਨੂੰ ਆ ਵੇਖੋ ਆ ਭਲਾ ਯਾਰ ਬਿਲਾਲ ਭਾਈ ਇਸ ਚੀਜ਼ ਤੇ ਪਾਓ ਲਾਨਤ ਯਾਰ ਜੇ 6 ਕਿੱਥੇ ਗਏ ਤੇ ਉਹ ਲਾਨਤ ਹੀ ਬਾਹਰ ਹੈ ਇਸੇ ਕਰਕੇ ਮੈਂ ਸਮਝ ਗਿਆ ਆਈ ਥਿੰਕ ਮੈਂ ਸਮਝ ਗਿਆ ਯਾਰ ਇੱਥੇ ਇਹੀ ਗੱਲ ਹੋਣੀ ਹੈ ਰੋਂਗ ਨੰਬਰ ਭਾਈ ਅੱਜ ਦੀ ਮੇਰੀ ਬਰਾਡ ਇਸੇ ਤੇ ਹੋਣੀ ਹੈ ਅਗਰ ਤੁਸੀਂ ਇਹ ਗੱਲ ਕਰਨੀ ਨਹੀਂ ਨਾ ਤੁਹਾਨੂੰ ਨਹੀਂ ਸਮਝ ਲੱਗੀ ਤੁਸੀਂ ਚੱਲ ਜਾਓ ਚੁੱਪ ਕਰਕੇ ਚੱਲ ਜਾਓ ਤੇ ਤਾਂ ਮੈਂ ਲਾ ਦਿਆਂਗਾ ਸਾਰੇ ਆਪਣੇ ਆਪ ਤੇ ਪਾਓ ਫਿਰ ਲਾਨਤ ਜੇ ਤੁਹਾਡੇ ਚ ਕੋਈ ਵੀ ਜਾ ਕੇ 69 ਨਾ ਕੱਲ ਮੀਆਂ ਜੀ अस्सलाम वालेकुम ਮੀਆਂ ਜੀ ਆਓ ਮੀਆਂ ਜੀ ਜੱਫੀ ਪਾਓ ਫਿਰ ਲਾਨਤ ਹੀ ਹੋਵੋਗੇ ਤੁਸੀਂ ਬਿਲਕੁਲ ਠੀਕ ਹੈ ਅੱਜ ਤੁਸੀਂ ਜਿਹੜਾ ਸੁਣ ਲਓ ਅੱਜ ਤੁਸੀਂ ਉਹਦੇ ਤੇ ਸ਼ਾਤੀਮੇ ਦਾ ਇਲਜ਼ਾਮ ਲਾ ਰਹੇ ਹੋ ਕੱਲ ਉਹਦੇ ਨਾਲ ਜੱਫੇ ਉਹਦੀ ਝੋਲੀ ਵਿੱਚ ਵੀ ਜਾ ਕੇ ਬਹੁਤ ਅੱਛੀ ਗੱਲ ਹੈ ਤੁਸੀਂ ਅਗਰ ਉਹਦੀ ਝੋਲੀ ਵਿੱਚ ਵੀ ਜਾ ਕੇ ਬਹਿਣਾ ਤੁਹਾਨੂੰ ਬਾਣਾ ਬੁਆਣਾ ਵੀ ਹੈ ਇੱਕ ਮਿੰਟ ਜਿਹੜਾ ਬੰਦਾ ਮੀਆਂ 69 ਦੀ ਇਸ ਗਲੀਜ਼ ਔਰ ਗੰਦੀ ਔਰ ਹਰਾਮ ਜ਼ਿੰਦਗੀ ਤੇ ਮੁਸ਼ਤਮਿਲ ਆਦਤ ਨੂੰ ਵੇਖਦਿਆਂ ਹੋਇਆ ਉਹਨੂੰ ਪਤਾ ਹੋਵੇ ਦਾ ਇਲਮ ਹੋਵੇ ਔਰ ਜਾ ਕੇ ਮੀਆਂ 69 ਦੇ ਨਾਲ ਜੱਫੀਆਂ ਪੱਪੀਆਂ ਕਰੇ ਮੈਂ ਉਹ ਤੇ ਲੱਖ ਦੀ ਲਾਨਤ ਪਾਉਣਾ 1000 ਦਫਾ ਹੋਰ ਕੁਝ ਠੀਕ ਹੈ ਖੁਸ਼ ਹੋ ਚਲੋ ਜੀ ਜਜ਼ਾਕੱਲਾ ਜੀ ਬਸ ਠੀਕ ਹੈ ਤੁਸੀਂ ਵੀ ਲਾਨਤ ਪਾ ਛੜੀਏ ਤੇ ਮੈਂ ਵੀ ਪਾਸ ਲਈਏ ਤੇ ਹੁਣ ਵੇਖਦੇ ਆ ਉਹ ਕਿਹੜਾ ਬੰਦਾ ਬਿਲਕੁਲ ਕਿਹਨੂੰ ਪਸੰਦ ਹੈ ਐਵੇਂ ਜੀ ਲਾਨਤ ਲੈਣਾ ਬਿਲਕੁਲ ਠੀਕ ਹੈ ਮੈਨੂੰ ਅਮਰ ਭਾਈ ਨਹੀਂ ਜਾਣਗੇ ਪਤਾ ਚੱਲੇ ਸਾਡੀਆਂ ਲਾਨਤਾਂ ਅਮਰ ਭਾਈ ਨੂੰ ਨਾ ਪੈ ਜਾਣ ਠੀਕ ਹੈ ਓਕੇ ਠੀਕ ਅੱਲਾ ਨਾ ਕਰੇ ਯਾਰ ਅਸਤਗਫਿਰullah ਮੈਂ ਪਹਿਲੇ ਅਸਤਗਫਿਰullah ਕਹਿ ਦਿੱਤਾ ਠੀਕ ਹੈ ਤੁਸੀਂ ਕੋ ਮਜ਼ੀਦ ਤੰਜੇ ਤੇ ਗੱਲ ਕਰਨੇ ਮੈਂ ਤੁਹਾਨੂੰ ਥੱਲੇ ਡ੍ਰੌਪ ਕਰ ਦਿੰਦਾ ਤਾਂ ਕਿ ਕਿਸੇ ਹੋਰ ਭਾਈ ਨੂੰ ਮੌਕਾ ਦੇ ਜਿਹੜੇ ਮੈਨੂੰ ਕਰ ਦਿਓ ਇਹ ਤੋਂ ਪਹਿਲੇ ਕਿ ਬਾਬਿਆਂ ਦੀ ਤਾਲੀਮ ਤੇ ਸ਼ੁਰੂ ਹੋ ਜਾਏ ਬਸ ਠੀਕ ਹੈ ਬਹੁਤ ਅੱਛੀ ਗੱਲ ਹੈ ਅੱਛਾ ਬਈ ਪੱਪੂ ਮਲਕ ਸਾਹਿਬ ਤੋਂ ਹੁਣ ਸਾਰੇ ਜਣੇ ਦਾ ਧਿਆਨ ਹਟਾ ਲਓ ਤੇ ਜਿਹੜਾ ਮੌਜੂ ਹੈ ਤੇ ਗੱਲ ਕਰੋ ਮਿਹਰਬਾਨੀ ਤੁਹਾਡੀ ਅਲੀ ਬਾਈ ਤੁਸੀਂ ਵੀ ਛੱਡ ਦਿਓ ਕਿਉਂਕਿ ਕੁਝ ਲੋਕ ਆਉਂਦੇ ਨੇ ਟੌਪਿਕ ਡਾਇਵਰਟ ਕਰਨ ਵਾਸਤੇ ਤੇ ਮੈਂ ਨਹੀਂ ਚਾਹੁੰਦਾ ਕਿ ਡਾਇਵਰਟ ਹੋਵੇ अस्सलाम वालेकुम वरहमतुल्लाहि वबरकातुहू। वालेकुम अस्सलाम नहीं मैंने उसको एक पैगाम देना था चले वो नीचे ना दे मेरी बात सुन ले और मान वो ले एक पैगाम सिर्फ देना चाहता हूँ कि जब ये आता है ना तो ये हमें कहता है भराओ तो इसको सिर्फ मैं इतना कहना चाहता हूँ ये हमें कहा करे कि अस्सलाम वालेकुम मुसलमानों क्योंकि मुसलमानों का इसके साथ कोई जो है ना वो नहीं है तो ज़रा अब मुझे ये बताएं मैं तो नहीं था इधर मौजूद तो क्या हुआ क्या है ये 69 ने क्या किया है ठीक है आहिर भाई जरा करेंगे कैमरा ऑन बिजी तो नहीं है आहिर भाई अलामा साहब मौजूद हो खादम सावरी साहब आए ने मैं दूसरी ब्रॉड भी चला रहा हूँ मैं आपको दिखा रहा था हाँ लेकिन मैं आता हूँ जरा मौका देख के कोई मसला ठीक है जी खादम सावरी साहब क्या हाल है ठीक हो जी अल्हम्दुलिल्लाह मैं ठीक है तुम सारे ठीक हो अल्लाह दा करम है जी सर करम ही होना चाहिए जी हुक्म मन तो नहीं पता ਤੁਹਾਡੀ ਮੈਂ ਤੇ ਆਏ ਹੀ ਤੇ ਲੱਗੀ ਬਰਾੜ ਤੇ ਤੁਸੀਂ ਚੁੱਕਿਆ ਮੈਂ ਆ ਗਿਆ अच्छा ठीक है ਅਸੀਂ ਜਨਾਬ ਮੀਆਂ 69 ਸਾਹਿਬ ਨੂੰ ਵੈਲਕਮ ਕਰਦੇ ਆ ਠੀਕ ਹੈ ਔਰ ਸਾਨੂੰ ਬੜੀ ਜਨਾਬ ਜਿਹੜਾ ਨਾ ਅਸੀਂ ਉਹਨਾਂ ਨਾਲ ਸਾਹਮਣੇ ਆਮਨੀ ਬਹਿ ਕੇ ਕੁਝ ਉਹਨਾਂ ਦੇ ਗੋਸ਼ੋ ਗੁਜ਼ਾਰ ਕਰਨਾ ਚਾਹੁੰਦੇ ਆ ਕੁਝ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਅੱਜ ਇੱਕ ਇੰਤਹਾਈ ਜਿਹਨੂੰ ਅਸੀਂ ਕਹਿੰਦੇ ਆ ਨਾ ਸ਼ਾਤਮੀਅਤ ਔਰ ਤੁਹਾਡੀ ਮੌਜੂਦਗੀ ਦੀ ਚਲੋ ਮੈਂ ਕਦਰ ਕਰਦਿਆਂ ਹੋਇਆ ਕਿਉਂਕਿ ਮੈਨੂੰ ਪਤਾ ਹੈ ਤੁਸੀਂ ਕੰਡੈਮ ਤਾਂ ਨਹੀਂ ਕਰੋਗੇ ਤੁਹਾਡੇ ਦੋਸਤ ਨੇ ਲੇਕਿਨ ਮੈਂ ਕਹਾਂਗਾ ਕਿ ਸ਼ਾਤਮੀਅਤ ਔਰ ਬਦਤਮੀਜ਼ੀ ਕਿਉਂਕਿ ਕੁਰਾਨ ਸਾਡੀ ਰੈਡ ਲਾਈਨ ਹੈ ਔਰ ਰਸੂਲullah ਦੀ ਜ਼ਾਤ ਜਿਹੜੀ ਨਾ ਸਾਡੀ ਖਾਦਮ ਸਾਹਿਬ ਦਾ ਰੈਡ ਲਾਈਨ ਹੈ ਤੇ ਉਸ ਬੰਦੇ ਨੇ ਇਤਨੀ ਘਟੀਆ ਹਰਕਤ ਅੱਜ ਕੀਤੀ ਹੈ ਔਰ ਔਰਤਾਂ ਦੀ ਮੌਜੂਦਗੀ ਚੋਂ ਬੰਦਾ ਐਕਸਪੋਜ਼ ਹੋਇਆ ਆਪਣੇ ਮੂੰਹੋਂ ਖੁਦ ਕਹਿ ਕੇ ਵੀ ਉਹਨੇ ਇਹ ਕੀ ਹਰਕਤ ਕੀਤੀ ਹੈ ਉਸ ਬੰਦੇ ਦੀ ਆਈਡੀ ਦਾ ਨਾਮ ਕੀ ਹੈ ਖਾਦਮ ਸਾਹਿਬ ਮੀਆਂ ਦੀ ਮੀਆਂ ਦੀ ਜਿਹੜੀ ਆਈਡੀ ਦਾ ਮੈਨੂੰ ਪਤਾ ਪਹਿਲੇ ਤੇ ਉਹਨਾਂ ਦੀ ਸੀ ਫੇਵਰਿਟ 49 ਸੀ ਜੀ ਫਿਰ ਉਹਨੇ ਅੰਬਿਆ ਦੀ ਸੂਰਤ ਤੇ ਰਹਿਮਾਨ ਦੀ ਸੂਰਤ ਦਾ ਕੋਈ ਨੰਬਰ ਲਿਖਿਆ 69 ਹਾਂ ਜਿਹੜੀ ਸੂਰਤ ਨੰਬਰ 69 ਹੈ ਜਾਂ ਉਹਦੀ ਅੰਬਿਆ ਦੀ 69 ਹੈ ਜਾਂ ਰਹਿਮਾਨ ਦੀ 69 ਨੰਬਰ ਆਏ ਤੇ ਤੁਹਾਨੂੰ ਪਤਾ ਹੈ ਅਰ ਰਹਿਮਾਨ ਦੀ ਜਿਹੜੀ ਉਹਨੇ 69 ਲਾਈ ਹੈ ਉਹਦੇ ਚ 69 ਆਇਤ ਹੈ ਹੀ ਨਹੀਂ ਆ
ਮਨ ਨਹੀਂ ਪਤਾ ਇਹਨਾਂ ਚੀਜ਼ਾਂ ਦਾ, ਨਾ ਮੈਂ ਜੇ ਏਡੀ ਲੰਮੀ ਚੌੜੀ ਕਿਸੇ ਤੁਹਾਨੂੰ ਪਤਾ ਨਹੀਂ ਇਹ ਖਬੀਸ ਹਰਕਤ ਕੀਤੀ ਕਿਉਂ ਹੈ, ਪਤਾ ਜੀ ਤੁਹਾਨੂੰ? ਨਹੀਂ, ਮਨ ਨਹੀਂ ਪਤਾ। ਮੈਂ ਤੇ ਮੈਂ ਦੱਸਦਾ ਤੁਹਾਨੂੰ, ਮੈਂ ਦੱਸਦਾ ਹਾਂ ਜੀ ਜੀ ਨੰਬਰ ਸ਼ੁਮਾਰ ਹੀ ਲਿਆ। ਜੀ ਜੀ ਠੀਕ ਹੈ। तारक साहब सुनो गल। ਹਾਂਜੀ ਹਾਂਜੀ ਸੁਣਾਓ। तारक साहब मेरी आवाज आ रही है? ਜੀ ਜੀ ਆ ਰਹੀ ਦੌੜ ਚਾ ਇਹ ਗੱਲ ਇੰਜ ਹੈ ਕਿ ਜਿਹੜਾ ਮੀਆਂ, ਇਹਦਾ ਨਾਂ ਕੀ ਪੂਰਾ ਮੀਆਂ? ਨਹੀਂ ਮੀਆਂ ਕੀ 49 मियाँ सिक्स ना 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 49 नहीं है 69 है, गलत ना कहो ਮੀਆਂ प्लीज। 69 ਮੀਆਂ ਜਿਹੜਾ ਨਾ ਮੀਆਂ 69 ਮੀਆਂ ਅਮੀਨ ਮੇਰਾ ਨਾਮ। ਠੀਕ ਠੀਕ। ਤਾਰਕ ਸਾਹਿਬ ਜੀ ਜੀ ਇਹਨਾਂ ਦੀ ਆਪਸ ਵਿੱਚ ਹੋਈ ਸੀ ਲੜਾਈ ਅੱਜ ਤੋਂ 2 ਸਾਲ ਪਹਿਲੇ, ਮੀਆਂ ਅਮੀਨ ਦੀ ਤੇ ਅਹਿਮਦ ਭੱਟੀ ਦੀ, ਜਿਹੜਾ ਆਸਟ੍ਰੇਲੀਆ ਹੁੰਦਾ, ਹਾਂ ਹਾਂ ਉਹ ਵੀ ਤੁਹਾਡੇ ਹੀ ਜਮਾਤ ਨਾਲ ਉਹਦਾ ਤਾਲੁਕ ਹੈ। ਇਹ ਆਪਸ 'ਚ ਲੜੇ ਸੀ ਤੇ ਇਹਨੇ ਕਿਹਾ ਸੀ ਕਿ ਮਸੀਹ ਮਊਦ ਦੇ ਉਹ ਦੁਆਲੇ ਕਈ ਕੁੱਤੇ ਤੇ ਬਿੱਲੇ ਤੇ ਸੂਰ ਤੇ ਖੰਜ਼ੀਰ ਸਨ। ਇਹ ਉਹਨਾਂ 'ਚ ਇੱਕ ਕਤੂਰਾ ਹੈਗਾ ਹੈ। ਅਹਿਮਦ ਭੱਟੀ ਜਿਹੜਾ, ਇਹ ਇੱਕ ਕਤੂਰਾ ਹੈਗਾ ਹੈ। ਤੇ ਉਹਨੇ ਮੀਆਂ 69 ਨੂੰ ਆਖਿਆ ਕਿ ਇਹ ਉਮਰ ਬਾਬ ਨੂੰ ਬਰਾੜ ਤੇ ਤਾਂ ਬਣਦਾ ਹੈ, ਇਹ ਚੱਟ ਮਸ਼ੀਨ ਹੈਗੀ, ਚੱਟ ਮਸ਼ੀਨ। ਸਮਝਦੇ ਹੋ ਚੱਟ ਮਸ਼ੀਨ ਦਾ ਕੀ ਮਤਲਬ? ਇਹ ਚੱਟ ਮਸ਼ੀਨ ਹੈਗੀ ਏ, ਇਹ ਚੱਟਦਾ ਹੈ ਸ਼ਰਮਗਾਹਾਂ ਨੂੰ, ਔਰਤਾਂ ਦੀਆਂ ਸ਼ਰਮਗਾਹਾਂ ਨੂੰ ਚੱਟਣ ਵਾਲਾ। ਇਹ ਇਹਨਾਂ ਦੀ ਆਪਸ ਦੀ ਲੜਾਈ ਹੈ, ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਮੈਂ ਤੁਹਾਡੇ ਕੋਲ ਸੁਣਦਾ। ਹਾਂਜੀ, ਇਹਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ। ਲੇਕਿਨ ਹੁਣ ਕੀ ਹੋਇਆ ਹੈ ਕਿ ਜਦੋਂ ਕਿਰੇ 2-3 ਵਾਰੀ ਕਿਰੇ ਫਿਰ ਲੜੇ ਭਿੜੇ ਨੇ ਤੇ ਕਿਸੇ ਇਹਨਾਂ ਨੂੰ ਫਿਰ ਤਾਨਾ ਦਿੱਤਾ ਹੈ। ਮੇ ਵੀ ਹੋ ਸਕਦਾ ਕਿਸੇ ਮੁਸਲਮਾਨ ਨੇ ਵੀ ਤਾਨਾ ਦਿੱਤਾ ਹੋਵੇ ਕਿ ਮੀਆਂ ਫੇਵਰਟ 49 ਤੇ ਹੋਵੇ, ਜਿਹਨੂੰ ਅਹਿਮਦ ਭੱਟੀ ਚੱਟ ਮਸ਼ੀਨ ਕਹਿੰਦਾ ਸੀ। ਉਹਨੇ ਹੁਣ ਕੀ ਕੀਤਾ ਹੈ, ਮੀਆਂ 69 ਨੇ, ਉਹਨੇ 2 ਆਈਡੀਆਂ ਬਣਾਈਆਂ ਨੇ। ਇੱਕ ਦਾ ਨਾਂ ਰੱਖਿਆ ਅਲ ਅੰਬੀਆ 69 ਤੇ ਇੱਕ ਦਾ ਨਾਂ ਰੱਖਿਆ ਰਹਿਮਾਨ 69। ਅੱਜ ਉਹ ਸਫੀਆ ਸਿਸਟਰ ਦੀ ਬਰਾੜ ਤੇ ਆਇਆ ਸੀ ਤੇ ਉਹਨੂੰ ਬਲਾਲ ਭਾਈ ਪੁੱਛਣ ਲੱਗੇ ਸੀ, ਭਈ ਮੀਆਂ ਜੀ ਇਹ ਜਿਹੜਾ ਤੁਸੀਂ ਨਾਂ ਰੱਖਿਆ ਹੈ, ਇਹ ਰਹਿਮਾਨ 69 ਦੀ ਬੈਕਗ੍ਰਾਉਂਡ ਕੀ ਹੈ, ਇਹਦੀ ਵਜ੍ਹਾ ਕੀ, ਕਿਉਂ ਤੁਸੀਂ ਇਹ ਰਹਿਮਾਨ 69 ਨਾਂ ਰੱਖਿਆ? ਉਹਨੇ ਬਿਆਨ ਕੀਤਾ ਹੈ, ਉਹਦੀ ਰਿਕਾਰਡਿੰਗ ਮੌਜੂਦ ਹੈ। ਉਹਨੇ ਆਖਿਆ ਹੈ ਵੀ 69 ਦਾ ਮਤਲਬ ਹੈ ਵੇ ਸਾਡੇ ਮੁਆਸ਼ਰੇ ਵਿੱਚ ਜਿਹੜਾ ਇੱਕ ਔਰਤ ਤੇ ਇੱਕ ਮਰਦ ਦੋਵੇਂ ਪੁੱਠੇ ਹੋ ਕੇ ਤੇ ਇੱਕ ਦੂਜੇ ਦੀਆਂ ਸ਼ਰਮਗਾਹਾਂ ਚੱਟਦੇ ਨੇ ਨਾ, ਤੇ ਉਹਦਾ ਕੋਡ ਵਰਡ ਹੈ 69। ਜਿਸ ਤਰ੍ਹਾਂ 6 ਦਾ ਸਿਫਰ ਥੱਲੇ ਨੂੰ ਤੇ 9 ਦਾ ਸਿਫਰ ਉੱਤੇ ਨੂੰ, 69 ਲਿਖੋਗੇ ਨਾ ਤੇ 6 ਤੇ 9, 6 ਦਾ ਸਿਫਰ ਥੱਲੇ ਨੂੰ ਹੈ ਗੋਲ ਦਾਇਰਾ ਤੇ 9 ਦਾ ਦਾਇਰਾ ਉੱਤੇ ਨੂੰ ਤੇ ਨਾਲ ਡੰਡਾ ਹੈ। ਤੇ ਕਹਿੰਦਾ ਕਿ ਇਹ 69 ਉਹਦਾ ਕੋਡ ਵਰਡ ਹੈ ਕਿ ਜਿਸ ਤਰ੍ਹਾਂ ਇੱਕ ਔਰਤ ਤੇ ਇੱਕ ਮਰਦ ਇੱਕ ਦੂਜੇ ਦੀਆਂ ਸ਼ਰਮਗਾਹਾਂ ਚੱਟਦੇ ਹੈਗੇ। ਤੇ ਮੈਂ ਇਹ ਤਾਂ ਬਣਾਇਆ ਹੈ, ਰਹਿਮਾਨ ਦਾ ਨਾਂ, ਸੂਰਾ ਰਹਿਮਾਨ ਦਾ ਨਾਂ ਲਿਖ ਕੇ ਤੇ 69, ਅਲ ਅੰਬੀਆ ਦਾ ਨਾਂ ਲਿਖ ਕੇ ਤੇ 69। ਇਹ ਜੇ ਉਹਦੀਆਂ ਇਹਨਾਂ ਦੋਵਾਂ ਆਈਡੀਆਂ ਦਾ ਰਾਜ਼, ਉਹਦੀ ਰਿਕਾਰਡਿੰਗ ਵੀ ਮੌਜੂਦ ਹੈ। ਉਹਨੇ ਖੁਦ ਬਿਆਨ ਕਰ ਦਿੱਤਾ ਹੈ ਕਿ 69 ਮੈਂ ਇਸ ਗੱਲੇ ਰੱਖਿਆ ਹੈ ਕਿ 69 ਦਾ ਇਹ ਮਤਲਬ ਹੈਗਾ। ਔਰ ਮੈਨੂੰ ਇਹ ਕਹਿੰਦੇ ਲੋਕੀ ਕਿ ਮੈਂ ਚੱਟਾਂ, ਮੈਂ ਚੱਟਣਾ ਵਾ। ਇਹ ਜੀ ਅੱਜ ਦੀ ਕਾਰਵਾਈ। ਹੁਣ ਤੁਸੀਂ ਦੱਸੋ ਵੀ ਇਸ ਬੰਦੇ ਦੇ ਪਿੱਛੇ ਤੁਸੀਂ ਉਹਦੀ ਬਰਾੜ ਦੇ ਉੱਤੇ ਉਹਨਾਂ ਨੂੰ ਜੱਗੇ ਹੋਰਾਂ ਨੂੰ ਗਾਲਾਂ ਗੂਲਾਂ ਜਿਹੜੀਆਂ ਕੱਢੀਆਂ ਸਨ, ਇਹ ਉਹ ਬੰਦੇ ਦੀ ਅੱਜ ਅਸਲੀਅਤ ਸਾਹਮਣੇ ਆਈ ਜੀ। ਤਾਰਕ ਸਾਹਿਬ ਜੀ ਮੈਨੂੰ ਤੇ ਇਸ ਮਾਮਲੇ ਦਾ ਨਹੀਂ ਪਤਾ, ਨਾ ਮੇਰੇ ਸਾਹਮਣੇ ਕੁਝ ਹੋਇਆ, ਨਾ ਮੇਰੀ ਮੀਆਂ ਨਾਲ ਗੱਲ ਹੋਈ ਹੈ। ਤੇ ਪਤਾ ਜਿਹੜਾ ਉਹ ਜੇ ਕਿਤੇ ਬਰਾੜ ਤੇ ਆਣਗੇ ਤਾਂ ਪਤਾ ਲੱਗੇਗਾ ਵੀ ਕੀ ਗੱਲ ਹੈ ਅਸਲ ਕੀ ਨਹੀਂ। ਵੈਸੇ ਮੇਰੀ ਆਡੀਓ ਅਹੀਰ ਭਾਈ ਕੋਲ ਹੈਵੇ, ਨਾਮ ਵੀ ਆਣ ਬਰਾੜ ਤੇ ਉਹਨਾਂ ਦੀ ਆਵਾਜ਼ ਤੁਸੀਂ ਸੁਣ ਲਓ। ਅਹੀਰ ਭਾਈ ਤੁਹਾਡੇ ਕੋਲ ਆਡੀਓ ਪਲੇ ਕਰਨਾ ਚਾਹੁੰਦੇ ਹੋ? ਕਿਹਦਾ ਨਾਂ ਹੈ, ਉਹਨੇ ਜਦੋਂ
ਮੈਂ ਆਮਿਰ ਭਾਈ ਪਲੇ ਕਰ ਸਕਦਾ ਵਾ। ਅਸੀਂ ਵੀ ਬਰਾੜ ਤੇ ਬੈਠੇ ਆ, ਇਧਰੋਂ ਪਲੇ ਮੈਨੂੰ ਕਰਵਾਣੀ ਪੈਣੀ ਹੈ, ਫਿਰ ਇਹ ਵੀ ਕਿ ਇਧਰੋਂ ਮਿਊਟ ਲਾਣਾ ਪੈਣਾ ਤਾਂ ਸਾਰਿਆਂ ਨੂੰ, ਕਿਉਂਕਿ ਆਵਾਜ਼ਾਂ ਨਹੀਂ ਤੇ ਡਬਲ ਹੋਣ ਲੱਗ ਜਾਊ। 2-2.5 ਹਫ਼ਤੇ ਹੋ ਗਏ ਨੇ ਉਹਨੇ ਸੁਣਨ ਚ ਆਇਆ ਕਿ ਉਹਨੂੰ ਬਰਾੜ ਹੀ ਲਾਣੀ ਛੱਡਤੀ। ਉਹਨੇ ਕਿਹਾ ਵੀ ਮੈਂ ਰਿਹਾ ਇਹ ਸਾਰੇ ਇਹ ਮਜ਼ਹਬੀ ਮਾਮਲਾਤ ਤੋਂ ਆ ਦੁਨੀਆਦਾਰ ਬੰਦਾ ਨਹੀਂ, ਮੈਂ। ਮੁਲਹਿਦ ਨੇ ਪਹਿਲੇ ਹੀ ਕਿਹਾ ਹੈ, ਉਹ ਮੈਨੂੰ ਪਤਾ ਹੈ, ਮੇਰੇ ਕੋਲ ਰਿਪੋਰਟ ਬੜੀ ਹੈ ਕਿ ਉਹ ਮੁਲਹਿਦ ਹੋਣ ਦਾ ਐਲਾਨ ਕਰ ਚੁੱਕਿਆ ਹੈ ਦਿਲ ਨਾਲ, ਤੇ ਬਸ ਉੱਥੇ ਹੁਣ ਉਹਦੀ ਮਜਬੂਰੀ ਹੈ ਵੇ ਕਿ ਜਮਾਤ ਨਾਲ ਦਾ ਤਲਕ ਹੈ, ਵਰਨਾ ਉਹ ਮੁਲਹਿਦ ਹੋ ਚੁੱਕਿਆ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਤੇ ਹੁਣ ਉਹ ਨਹੀਂ ਤੇ ਅਗਰ ਤੁਹਾਡੇ ਮੁਲਹਿਦ ਹੋ ਕੋਲ ਗਿਆ, ਇੱਕ ਮਿੰਟ ਹੈ ਜੋ ਨਾ ਅਮਨਵੀਰ ਸਾਹਿਬ, ਤੁਹਾਡੇ ਕੋਲ ਕਿਸ ਤਰ੍ਹਾਂ ਦੀ ਰਿਪੋਰਟ ਹੈ? ਕੀ ਮੇਰੇ ਕੋਲ ਸਿਲਸਿਲਾ ਕੀ ਹੈ ਤੁਹਾਡੇ ਕੋਲ ਕਿਸ ਤਰ੍ਹਾਂ ਰਿਪੋਰਟ ਹੈ? ਕਿਹਨੇ ਦਿੱਤੀ? ਸਮਝ ਨਹੀਂ ਆਈ। ਮੈਂ ਤੁਹਾਨੂੰ ਕਿੰਨੇ ਰਿਪੋਰਟ ਕੀ ਦਿੱਤੀ ਹੈ? ਮੇਰੇ ਕੋਲ ਰਿਪੋਰਟ ਹੈ ਨਾ ਸਰ, ਮੇਰੇ ਸਾਹਮਣੇ ਉਹਨੇ ਗੱਲਾਂ ਐਸੀਆਂ ਬਰਾੜ, ਮੇਰੇ ਸਾਹਮਣੇ ਬਰਾੜ ਦੇ ਉੱਤੇ ਉਹਨੇ ਐਸੀਆਂ ਗੱਲਾਂ ਕੀਤੀਆਂ ਨੇ। ਉਹਨੇ ਕਿਹਾ ਹਾਂ ਕਿ ਮੁਹੰਮਦ ਸਾਹਿਬ ਤੇ ਉਹ ਪਤਾ ਨਹੀਂ ਕੀ ਪਿਆ ਕਹਿੰਦਾ ਸੀ, ਉਹ ਕਹਿੰਦਾ ਸੀ ਕਿ ਮੈਂ ਸਭ ਤੋਂ ਹੀ ਫਾਰਗ ਹਾਂ। ਖੁਦ ਉਹਨੇ ਮੇਰੇ ਸਾਹਮਣੇ ਕਿਹਾ ਤੇ ਮੈਂ ਉਹਨੂੰ ਰੋਕਦਾ ਰਿਹਾ। ਮੈਂ ਉਸ ਦਿਨ ਮੈਂ ਕਿਹਾ ਮੀਆਂ ਜੀ ਤੁਸੀਂ ਇਲਹਾਦ ਦਾ ਨਾਂ ਐਲਾਨ ਕਰਿਆ ਜੇ, ਇਹ ਬੰਦੇ ਜਿਹੜੇ ਨੇ ਇਹਨਾਂ ਤੋਂ ਤੰਗ ਪੈ ਕੇ ਤੇ ਇਲਹਾਦ ਦਾ ਐਲਾਨ ਨਹੀਂ ਕਰੀਦਾ। ਚਲੋ ਫਿਰ ਵੀ ਤੁਸੀਂ ਕਿਸੇ ਮਜ਼ਹਬ ਦੇ ਪੈਰੋਕਾਰ ਹੋ ਤੇ ਹੈ ਉਹ ਭਾਵੇਂ ਕੁਫਰ ਹੈ ਸਾਡੀ ਨਜ਼ਰ 'ਚ, ਲੇਕਿਨ ਅਸੀਂ ਤੁਹਾਨੂੰ ਤਬਲੀਗ ਕਰਨੇ ਆ, ਤੁਸੀਂ ਸਾਨੂੰ ਤਬਲੀਗ ਕਰਦੇ ਹੋ। ਸ਼ਾਇਦ ਤੁਸੀਂ ਇਸਲਾਮ ਵਾਲਾ ਆ ਜਾਓ ਕਿਸੇ ਦਿਨ ਨੂੰ, ਲੇਕਿਨ ਤੁਸੀਂ ਮੁਲਹਿਦ ਹੋਣ ਦਾ ਐਲਾਨ ਨਾ ਕਰਿਆ। ਉਹ ਮੈਨੂੰ ਕੰਟੀਨਿਊਸਲੀ ਕਹਿ ਰਿਹਾ ਸੀ ਉਸ ਬਰਾੜ ਦੇ ਉੱਤੇ, ਮਹੀਨਾ ਕੁ ਪਹਿਲਾਂ ਦੀ ਗੱਲ ਹੈ, ਕਿ ਮੈਂ ਤੇ ਵੇਖਿਆ ਸਾਰਾ ਕੋਈ ਇੱਕੋ ਜਿਹਾ ਹੀ ਹੈ, ਤੇ ਸਾਰਾ ਕੋਈ ਜੋ ਕੋਈ ਹੈ ਨਾ, ਤੇ ਜਿਹੋ ਜਿਹੇ ਮਿਰਜ਼ਾ ਸਾਹਿਬ ਨੇ ਇਹੋ ਜਿਹੇ ਪਿੱਛੇ ਵੇ, ਤੇ ਮਿਰਜ਼ਾ ਸਾਹਿਬ ਦਾ ਹੁਣ ਪਤਾ ਲੱਗ ਗਿਆ। ਪਰ ਇਹ ਮੇਰੇ ਕੋਲ ਪੱਕੀ ਰਿਪੋਰਟ ਹੈ, ਉਹਦੇ ਵਾਸਤੇ ਕਿਸੇ ਗਵਾਹ ਦੀ ਲੋੜ ਨਹੀਂ। ਮੈਂ ਆਪਣੇ ਆਂਖੋਂ ਦੇਖਾ ਤੇ ਕੰਨੋਂ ਸੁਣਾ ਹਾਲ ਬਿਆਨ ਕਰ ਰਿਹਾ ਵਾਂ। ਉਹ ਜਿੰਨਾ ਗੱਲ ਹੈ ਕਿ ਜਿੰਨੇ ਗਾਦੀਆਂ ਗਾਦੀਆਂ ਢਿੱਡ ਉਹਨਾਂ ਦੇ ਪੀੜ, ਜਿੰਨੇ ਕਿਸੇ ਮਜ਼ਹਬ 'ਚ ਰਹਿਣਾ ਉਹਨੇ ਵੀ ਆਪਣੇ ਵਾਸਤੇ ਰਹਿਣਾ, ਤੇ ਜਿਹਨੇ ਛੱਡਣਾ ਉਹਨੇ ਆਪਣੇ ਵਾਸਤੇ ਛੱਡਣਾ ਹੈ। ਇੰਨਾ ਵਾਲਾ ਮਾਲੋ ਬਿੰਨੀ ਯਾਦ ਨਹੀਂ, ਮੇਰਾ अर्ज करने का मतलब ये है कि मजहब उन्हें छड़ना है या रखना है, मुलहिद होने का ऐलान करना है ਜ਼ਾਤੀ या ਮਾਮਲਾ उन्हें किसी ये ਉਹਦਾ ਜ਼ਾਤੀ ਮਾਮਲਾ ਹੈ। ਲੇਕਿਨ ਮੈਂ ਕਹਿੰਦਾ ਕਿ ਜਿਹੜਾ ਉਹਨੇ ਰਹਿਮਾਨ 69 ਬਣਾਇਆ ਹੈ ਜਾਂ ਅਲ ਅੰਬਿਆ 69 ਬਣਾਇਆ ਹੈ, ਉਹਨੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ 69 ਕਿਉਂ ਨਹੀਂ ਬਣਾਇਆ? ਉਹਨੇ ਕਿਸੇ ਹੋਰ ਮਜ਼ਹਬ ਨੂੰ ਟਾਰਗੇਟ ਕਿਉਂ ਨਹੀਂ ਕੀਤਾ? ਕਸੂਰ ਸਾਰਾ ਮੁਸਲਮਾਨਾਂ ਦਾ ਤੇ ਅਹਿਲ ਇਸਲਾਮ ਦਾ ਤੇ ਇਸਲਾਮ ਦਾ ਤੇ ਕੁਰਾਨ ਦਾ, ਕਿ ਕੁਰਾਨ ਦੀ ਸੂਰਤ ਰਹਿਮਾਨ ਤੇ ਅੰਬਿਆ ਨੂੰ ਉਹਨੇ ਲਿਖ ਕੇ ਤੇ 69 ਨਾਲ ਬਣਾਇਆ। ਹਮਲਾ ਉਹਨੇ ਇਸਲਾਮ ਤੇ ਕਰਨਾ ਹੈ। ਉਹ ਤੇ ਉਹੀ ਦੱਸ ਸਕਦਾ ਕਿ ਕੀ ਮਸਲਾ ਕੀ ਹੋਇਆ ਕੀ ਨਹੀਂ। ਮੈਂ ਨਾ ਉਹਦੀ ਬਰਾੜ ਤੇ ਗਿਆ ਨਾ ਮੈਨੂੰ ਪਤਾ ਹੈਗਾ। ਬਿਲਾਲ ਭਾਈ ਦੂਸਰੀ ਆਈਡੀ ਚੁੱਕੋ ਮੇਰੀ, ਇਹ ਤੋਂ ਮੈਂ ਥੱਲੇ ਜਾ ਰਿਹਾ। बहरहाल इत्थों ते इस फैक्ट्री चो ते इहो ही प्रोडक्ट बाहर आ रही है। और राणा जाहिद है ਤਕਰੀਬਨ ਮੈਂ ਜਿੰਨੀਆਂ ਆਈਡੀਆਂ ਇੱਧਰ ਤੁਹਾਡੀਆਂ ਵੀ ਵੇਖਦਾ ਪਿਆ, ਉਹਨਾਂ ਨੇ ਵੀ ਇਹੀ ਲਾਇਆ ਹੈ ਨਾ। ਮਤਲਬ ਇਹ ਹੁਣ ਉਹਨਾਂ ਨੇ ਅੱਜ ਬਣਾਇਆ, ਜਿਸ ਵੇਲੇ ਵਾਕਿਆ ਹੋਇਆ ਸਾਰੀਆਂ ਆਈਡੀਆਂ ਡੀਪੀਆਂ ਹੁਣ ਬਣੀਆਂ ਨੇ ਅੱਧੇ ਘੰਟੇ ਪਿਛਲੇ ਚ। ਹਾਂ ਇਹ ਡੀਪੀਆਂ ਜਿੰਨੀਆਂ ਬਣੀਆਂ ਨੇ ਨਾ, ਇਹ ਹੁਣ ਬਣੀਆਂ ਨੇ ਸਰ। ਜਿਸ ਵੇਲੇ ਉਹਨੇ ਖੁਦ ਆਪਣੇ ਮੂੰਹ ਨਾਲ ਵਜ਼ਾਹਤ ਕੀਤੀ ਹੈ ਨਾ ਕਿ ਮੈਂ 69 ਦਾ ਇਹ ਮਹੀਨਾ ਹੈ ਤੇ ਇਹ ਮੈਂ ਆਈਡੀ ਬਣਾਈ ਹੈ, ਤੇ ਮੈਨੂੰ ਤੁਸੀਂ ਮੀਆਂ 69 ਨਹੀਂ ਕਹਿਣਾ, ਮੈਨੂੰ ਤੁਸੀਂ ਰਹਿਮਾਨ 69 ਕਹੋ। ਤੇ ਤਾਂ ਮੁਸਲਮਾਨਾਂ ਨੇ ਤੰਗ ਆ ਕੇ ਗੁੱਸੇ ਚ ਆ ਕੇ ਇਹ ਡੀਪੀਆਂ ਬਣਾਈਆਂ। ਬਿਲਕੁਲ ਆਮਿਰ ਭਾਈ, ਇਹ ਮੇਰੀ ਲਾਈਵ ਦੇ ਉੱਤੇ ਹੀ ਹੋਇਆ, ਗੁੱਸੇ ਦੇ ਵਿੱਚ ਆ ਕੇ ਸਾਰਿਆਂ ਨੇ ਬਣਾਈਆਂ ਨੇ। ਇਹ ਉੱਥੇ ਜਿੱਦਾਂ ਹੀ ਗੱਲ ਪਤਾ ਲੱਗੀ ਹੈ ਨਾ, ਤੇ ਉਹ ਮੁੰਡੇ ਫਿਰ ਤੁਹਾਨੂੰ ਪਤਾ ਵੇ ਜਿਹੜੇ ਹੁਣ ਕਿਹਨੂੰ ਡੱਕੀ ਅਸੀਂ 10-15 ਮਿੰਟਾਂ ਦੇ ਵਿੱਚ ਉਹਨਾਂ ਨੇ ਕੋਈ 25-30 ਆਈਡੀਆਂ ਬਣਾ ਦਿੱਤੀਆਂ ਨੇ। ਹੁਣ ਅਸੀਂ ਤੇ ਇਹਨਾਂ ਨੂੰ ਕਹਿ ਰਹੇ ਹਾਂ ਕਿ ਇਹ ਇhtਜਾਜਾਂ ਨੇ, ਤੁਸੀਂ ਇਸ ਆਪਣੀ ਆਈਡੀ ਦਾ ਨਾਂ ਚੇਂਜ ਕਰੋ। ਇਹ ਸਾਡੇ ਜ਼ਿੰਮੇ ਹੋਇਆ, ਅਸੀਂ ਇਹਨਾਂ ਸਾਰਿਆਂ ਦੀਆਂ ਆਈਡੀਆਂ ਡਿਲੀਟ ਕਰਵਾ ਕੇ ਤੁਹਾਨੂੰ ਇਹ ਸਾਫ਼ ਕਰਕੇ ਵਿਖਾਵਾਂਗੇ ਇਨਸ਼ਾਅੱਲਾ। ਇਹ ਹੁਣ ਜਮਾਤੇ ਅਹਿਮਦੀ ਉਹਦੇ ਨਾਲ ਗੱਲ ਕਰੇ ਕਿ ਸੂਰਾ ਰਹਿਮਾਨ ਕਿੱਧਰ ਗਏ ਨੇ ਤਾਰਕ ਸਾਹਿਬ? ਜਮਾਤੇ ਅਹਿਮਦੀਆ ਜਾ ਕੇ ਆਪਣੇ ਬੰਦੇ ਨਾਲ ਗੱਲ ਕਰੇ ਕਿ ਆਪਣੀਆਂ ਇਹ ਆਈਡੀਆਂ ਡਿਲੀਟ ਕਰੇ, ਤੇ ਮੁਸਲਮਾਨ ਵੀ ਡਿਲੀਟ ਕਰ ਦੇਣਗੇ।
ਵਰਨਾ ਮੁਸਲਮਾਨਾਂ ਸਾਰਿਆਂ ਦੀਆਂ ਡੀਪੀਆਂ ਦੇ ਉੱਤੇ ਅਗਰ ਲਿਖਿਆ ਹੋਵੇਗਾ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ 69, ਨੁਸਰਤ ਜਹਾਂ ਬੇਗਮ 69, ਬਸ਼ੀਰੁद्दीन महमूद अहमद 69, ਮਿਰਜ਼ਾ ਮਸਰੂਰ 69, ਤੇ ਕੀ ਇਹਦਾ ਰਿਜ਼ਲਟ ਕੀ ਹੋਵੇਗਾ ਫਿਰ? ਅੱਛੀ ਗੱਲ ਨਹੀਂ ਨਾ ਹੈ, ਦੇਖੋ ਅੱਛੀ ਗੱਲ ਨਹੀਂ ਹੈ। ਐਵੇਂ ਬਿਲਾ ਵਜ੍ਹਾ ਦਾ ਆਮਰ ਭਾਈ ਰੋਲਾ ਪਏਗਾ, ਐਵੇਂ ਹਾਲਾ ਲਾਲਾ ਮਚੇਗੀ। ਹੁਣ ਉਹ ਮੈਨੂੰ ਇੱਕ ਦੋ ਮੁੰਡੇ ਇਨਬਾਕਸ ਕਰ ਰਹੇ ਨੇ, ਮੈਂ ਹਾਲਾਂਕਿ ਉਹਨੂੰ ਰੋਕ ਰਿਹਾ ਕਿ ਹਰਕਤ ਨਹੀਂ ਕਰਨੀ, ਪਰ ਉਹ ਹੈ ਜਿਹੜੇ ਨੇ ਨਾ ਉਹ ਸਾਰੇ ਮਰਜ਼ੀ ਦੇ ਮਾਲਕ ਨੇ। ਉਹਨਾਂ ਨੇ ਕੀ ਕੀਤਾ ਹੈ ਕਿ ਉਹ ਕਹਿੰਦੇ ਜੀ ਅਸੀਂ AI ਦੇ ਨਾਲ ਤਸਵੀਰਾਂ ਵੀ ਬਣਾਵਾਂਗੇ ਕਿ ਕੀ ਹੁੰਦਾ ਕੀ ਉਹ। ਮੈਂ ਉਹਨਾਂ ਦੀਆਂ ਮਿੰਨਤਾਂ ਕਰਦਾ ਪਿਆ ਕਿ ਯਾਰ ਹਟ ਜਾਓ, ਇਹ ਕੰਮ ਨਹੀਂ ਕਰੀਦਾ, ਇਸ ਤਰ੍ਹਾਂ ਨਹੀਂ ਕਰਨਾ। ਮੈਂ ਉਹਨਾਂ ਦੀਆਂ ਮਿੰਨਤਾਂ ਕਰਦਾ ਪਿਆ ਕਿ ਯਾਰ ਹਟ ਜਾਓ। जी हकीम साहब कौन है आप? हेलो खलीफा अव्वल साहब के बाद शागिर्दों के मुतल्लक बदकारी का शुबा था कि वो आमिर भाई इन्होंने ला ना दी है, ये दूजा काम शुरू होने लगा है, साडा काम तो हो है। हाँ मेरे ख्याल में बिलाल भाई इन चीज़ों से जो है ना सफाई रखें हाँ सिमरोड को। नहीं बिल्कुल ठीक है, मैं इसके हक में नहीं हूँ, क्योंकि हमारा काम जो है एहतजाज करना, हम तो उसको एक्सपोज कर रहे हैं। हाँ उसकी रिकॉर्डिंग वो है किसी के पास, तो वो भाई वो रिकॉर्डिंग चलाए ताकि लोगों को पता चले कि उसने क्या। आ गया हूँ मैं। जी जाहिर भाई आ गया हूँ, मेरे पास है रिकॉर्डिंग आ गया, मैं होने चलाना रिकॉर्डिंग मेरे को अभी चल जाती है रिकॉर्डिंग। ये बात से मैं बिल्कुल मुत्तफिक उतार हूँ। के राशिद राणा साहब को पर ले लेना। जी राशिद साहब ऊपर आए आप भी। ਵਿੱਚ ਰੋਲਾ ਪੈ ਜਾਣਾ, ਰਿਕਾर्डिंग एक दफा सुना लो ताकि ले जी ये रिकॉर्डिंग में प्ले करने लगा हूँ। सबके बिला माइक बंद कर लो सबके, एक बार ना तसल्ली से, एक ही बार सुनानी है, बार बार नहीं सुनानी, एक बार सुनानी है, सबको सुन लो तसल्ली से, उसके बाद फिर आगे जिसने बात करनी कर ली। ये रहें जी। मैंने बिल्कुल नहीं कहा कि सूरह रहमान की आयत जो है वो 69 है, मैंने सिर्फ ये कहा कि सूरत रहमान की आयत 69 जो है ना उसका मैंने लिखा हुआ है, रब्बिकुम मा तुकज़िबान, बस इतना सा मैंने कहा, आपको गलती लगी थी तो वो दुरुस्त कर लें। ठीक हो गया सफीर? 69 से पहले तो यही आला नहीं आता। पता नहीं, मुझे नहीं पता। जुल्म तो ना करो ना मियां जी। यहाँ पे पहले मैं बता दूं, इस बंदे ये नीचे ना कोई कमेंट कर रहा था पहले, ये जो पहले मियाँ आया था कॉल पे, इसने कहा मैंने अल रहमान इसलिए 69 आगे लिखा हुआ है कि ये सूरा 69 नंबर पे है। उसके बाद इसके कमेंट इस वीडियो में मौजूद हैं। इस बदबख्त ने झूठ बोला कि आपका जो 360 है इस्लाम 360, उसमें इस आयत का सूरत का नंबर 69 है। हमने वहाँ भी इसको कहा तुम झूठ बोल रहे हो। फिर इसने कहा जी 69 पे आयत जो है वो रब्बिकुम तुकज़्ज़िबान आती है, तो उस्मान ने इसके ऊपर भी पकड़ लिया इसको कि 69 से पहले भी रब्बिकुम तुकज़्ज़िबान आता है। ये तुमने ये स्पेसिफिक करके क्यों लिखा हुआ है? ये इससे आगे अब आप सुन लें। मुझे तो क्या हुआ इस पे आईडी में प्रॉब्लम क्या है? मुझे तो ये नहीं समझ आ रही है, आप लोग 69 के पीछे क्यों पड़ गए हैं, क्या हुआ है? पता नहीं, ये तो कोई मसला नहीं है। वो कह रहे 69 पे ही आगे फबियाई आला आता है, तो मैंने कहा 69 से पहले नहीं आता। हाँ लेकिन आप लोग 69 पे क्यों इतना हो, क्या है इसमें? नहीं मुझे तो कुछ नहीं है, मैंने जन्नत में जाना है या मैंने दोज़ख में भेजना है किसी को, ये तो अल्लाह की मर्जी। चले ठीक हो गया जी, मैंने अपनी क्लियरेंस कर दी, आपको मैंने लिखे भी थे कमेंट, लेकिन आपको चलो 69 साहब थैंक यू 69 साहब। नहीं सर, रहमान 69 मेरी 69 साहब थैंक यू 69 जज़ाकल्लाह। उस्मान 69 साहब जज़ाकल्लाह। 69 साहब की माहौल खराब करना है तुसी, मेरी 69 साहब भाई सर नेम पूरा 69 है, फर्स्ट पूरा रहमान है, अल रहमान 69 फर्स्ट नेम पूरा रहमान ते सर नेम पूरा 69। दूसरी आईडी मियां जी कह मेरे लो कोल नहीं किसी का हाल है 69 भी है आईडी, उन्होंने क्या अल रहमान। अच्छा जी, यहाँ पे आपने सुन लिया दूसरा इकरार कि मेरे को अल अंबिया भी है जो आईडी 69। दोबारा सुन लें।
अल रहमान 60 फर्स्ट नेम थोड़ा रहमान ते सर नेम थोड़ा मेरे को दूसरी आईडी मियां जी कह मेरे रहे को नहीं किसी का नाल है 69 भी है आईडी उन्होंने क्या अर रहमान 69 तो मैं कह रहा 69 सर नेम हो गया ना नहीं यार सुल्तानी ना हो गया 69 से पहला ना हो गया सूरत अल रहमान है ना सूरत अल रहमान अच्छा मैनू एक मिनट यार एक मिनट बिलाल भाई एक मिनट बिलाल भाई एक मिनट रुक जाओ बिलाल भी एक मिनट रुक जाओ अगर 69 एडा भैड़ा लफज नहीं है तो खाली 69 मियां साहब ਤੁਹਾਨੂੰ क्यों दुख रहा अगर अल रहमान एडा बुरा लफज लग रहा ਤੁਹਾਨੂੰ ਤੇ ਤੁਹਾਨੂੰ ਲੱਗਦਾ ਰਿਹਾ ਮਨ ਤੇ ਬੜਾ ਅੱਛਾ ਲੱਗਦਾ ਅਲ ਰਹਿमान से नहीं ਮੈਨੂੰ तो नहीं लग रहा मैं वैसे पूछ रहा भी ਤੁਹਾਨੂੰ 69 क्यों दुख रहा पहले वो 49 थे अब 69 हो गए हैं 92 भी था उनका मियां साहब कुछ तो दाल च काला है ना ਤੁਹਾਨੂੰ भी पता है सानू भी पता है अहमद पट्टी को बहुत अच्छी तरह पता है ਤੇ ਨਾ ਕਰੋ ਜੀ मियां साहब ਜ਼ਾਹਿਦ ਸਾਹਿਬ ਦਾਲ ਤੁਹਾਡੀ ਕਾਲੀ ਤੁਹਾਨੂੰ ਚੁੱਭ ਰਿਹਾ ਮਨ ਤੇ ਨਹੀਂ ਚੁੱਭਿਆ ਮੈਂ ਤਾਂ ਲਿਖ ਦਿੱਤਾ ਤੁਹਾਨੂੰ ਸਾਰਿਆਂ ਨੂੰ ਚੁੱਭਣ ਲੱਗ ਪਿਆ ਇਹਦਾ ਮਤਲਬ ਦਾਲ ਤੁਹਾਡੀ ਸਾਹਿਬ ਤੁਸੀਂ ਮੈਨੂੰ 69 ਹੀ ਕਹੋ ਠੀਕ ਹੈ अपना अपना राजा राजी रखो ठीक है जी मियां 69 साहब ने ठीक है जी मियां 69 क्या करांगे ਅਸੀਂ ਗੱਲ ਖਤਮ ਹੋ ਚਲੋ ਤੁਸੀਂ ਅਲ ਰਹਿਮਾਨ 69 ਨਾ ਕਹੋ ਤੇ ਫਿਰ ਤੁਹਾਡੇ ਮਰਜ਼ੀ ਹੈਗੀ ਮੈਂ ਕੀ ਕਹਿ ਸਕਦਾ ਠੀਕ ਹੈ ਤੁਹਾਨੂੰ ਮੀਆਂ ਜੀ ਦਾ ਨਾਂ ਤੋਂ ਸਾਰੇ ਜਾਣਦੇ ਨੇ ਅਸੀਂ ਤੁਹਾਨੂੰ ਮੀਆਂ 69 ਕਹਿ ਸਕਦੇ ਆ ਨਾ ਫਿਰ ਅੱਗੋਂ ਮੇਰੇ ਕੋਲ ਕੁਝ ਹੋਰ ਸੁਣੋ ਤੇ ਫਿਰ ਇਹਦਾ ਇਤਰਾਜ਼ ਕਰਨਾ ਕਿ ਮੈਂ ਕੀ ਕਰਾਂ ਯਾਰ ਹੈ ਗੱਲ ਕਰਨ ਦੀ ਮੀਆਂ ਸਾਹਿਬ ਮੈਨੂੰ ਸਮਝ ਨਹੀਂ ਕਿਉਂ ਮਤਲਬ ਮੀਆਂ ਸਾਹਿਬ ਦਾ ਨਾਮ ਹੈ ਮੀਆਂ 69 ठीक है मियां 69 ओके हो गया हाँ मैं फिर कुत्ते का पुत्र कहना कोई हरा ही तो नहीं ना हैगा की है कुत्ते का पुत्र क्या करांगा मियां जी कह दो नहीं जी अब यहाँ पे जितने लोग सुन रहे हैं गौर कीजिएगा हमने इसको कहा कि तुम्हें सब मियाँ के नाम से जानते हैं बिलाल भाई ने भी कहा अबू बकर मीर भाई ने भी कहा मैंने भी ये कहा कि भाई तुझे लोग मियाँ के नाम से जानते हैं तेरे नाम के साथ हम लगा देंगे 69 तुझे मियाँ 69 कहेंगे तो इस बदबख्त आदमी ने क्या कहा कि अगर मुझे तुम मियाँ 69 कहोगे मैं तुम्हें कुत्ते का पुत्र कहूँगा कुत्ते का बच्चा कहूँगा अपने नाम के साथ अगर 69 लगे तो ये हमें कुत्ते का बच्चा कहेगा और अगर ये बदबख्त जो है ये अल अंबिया लिख के आगे वो अल्फाज लिखे ये अल रहमान लिख के वो अल्फाज लिखे तो हम इसको क्या कहें क्या कहने का हक रखते हैं ये फैसला लोग कर लें आगे सुन लें जो दिल करता गाल कर दो नहीं कह रहे 69 ਤੁਸੀਂ ਆਪ ਲਿਖਿਆ ਮੀਆਂ ਜੀ मेरा आईडी नेम पूरा अल रहमान 69 है ना मियां जी मेरी ਗੱਲ ਸੁਣੋ ਤੁਹਾਨੂੰ ਮੀਆਂ 69 ਤੁਹਾਡਾ ਆਈਡੀ ਨੇਮ ਬਿਲਾਲ ਸਾਹਿਬ ਇਹਦੇ ਵਿੱਚ ਕੋਈ ਇਤਰਾਜ਼ ਤੇ ਨਹੀਂ ਵੈਸੇ ਤੁਸੀਂ ਗਾਲ ਕੱਢ ਛੱਡੀ ਅੱਗੋਂ ਇਹ ਇਤਰਾਜ਼ ਨਹੀਂ ਸੀ ਹੈਗਾ ਤੇ ਨਹੀਂ ਉਹ ਨਾਮ ਹੀ ਰੱਖਿਆ ਨਾ 69 ਕਰਕੇ ਮੈਂ ਜਿਹੜਾ ਨਾਮ ਅੱਛਾ ਲੱਗੇਗਾ ਮੈਂ ਕੋਈ ਤੁਹਾਨੂੰ ਸਾਰੀ ਟਿਕਟੌਕ ਜਿਹੜੀ ਹੈ ਉਹ ਮੀਆਂ ਸਾਹਿਬ ਦੇ ਨਾਮ ਤੋਂ ਜਾਣਦੀ ਹੈ ਤੁਹਾਨੂੰ ਮੀਆਂ 69 ਕਹਿ ਦੇ ਵਿੱਚ ਕੀ ਮਸਲਾ ਕੀ ਹੈ ਕੀ ਗੱਲ ਹੈ ਦੱਸੋ ਨਹੀਂ ਤੇ ਅਲ ਰਹਿਮਾਨ ਕਹਿੰਦਾ ਮੂੰਹ ਦੰਦਲ ਨਹੀਂ ਮੈਂ ਕਹਿੰਦਾ ਮੈਂ ਮੀਆਂ 69 ਕਹਿੰਦਾ ਕੀ ਗਾਲ ਇਹਦੇ ਵਿੱਚ ਬੁਰੇ ਗੱਲ ਮੈਂ ਬਲਾਲ ਤੈਨੂੰ ਨਾ ਹਾਲੇ ਉਸ ਲਾਈਨ ਵਿੱਚ ਰੱਖਿਆ ਨਹੀਂ ਜਿੱਤੇ ਚ 69 ਜੀ ਤੁਸੀਂ ਹੈਰਾਨਗੀ ਦੀ ਗੱਲ ਕਰ ਰਹੇ ਹੋ ਯਾਦ ਰੱਖੋ ਵੀ ਇਹਦੇ ਵਿੱਚ ਫਲਾ ਮਸਲਾ ਤੁਸੀਂ 69 ਪ੍ਰੋਬਲਮ ਹਾਂਜੀ ਇਹ 69 ਤੁਹਾਡੇ ਚ ਕਿਹਾ ਜਾਂਦਾ ਜਿਹੜੇ ਮਰਦ ਤੇ ਔਰਤ ਇੱਕ ਦੂਜੇ ਦੇ ਚੱਟਦੇ ਨਾ ਇਧਰ ਤੋਂ ਉਹ 69 ਕਹਿੰਦੇ ਜੇ लें जी ये डेफिनेशन बकौल मियाँ 69 खुद सुन लें दोबारा सुन लें कान खोल के सुन लें बगौर सुन लें 69 क्या है जो इस बदबख्त आदमी ने अल रहमान के साथ लिखा हुआ है और अल अंबिया के साथ लिखा हुआ है वो उसकी डेफिनेशन क्या है सुन लें ਗੱਲ ਕਰ ਰਹੇ ਹੋ ਯਾਦ ਰੱਖੋ ਵੀ ਇਹਦੇ ਵਿੱਚ ਫਲਾ ਮਸਲਾ ਤੁਸੀਂ 69 ਪ੍ਰੋਬਲਮ ਹਾਂਜੀ ਇਹ 69 ਤੁਹਾਡੇ ਚ ਕਿਹਾ ਜਾਂਦਾ ਜਿਹੜੇ मरद ते औरत एक दूसरे चटदे ना इधर तो और 69 कहंदे जे खुदा के वास्ते मियां जी अल्लाह के वास्ते मियां जी खुदा के वास्ते मैं इसीलिए ये बात नहीं करना चाहता था इन लोगों ने ये शरारत से ये शुरू किया था काम ये मेरी थी मियां साहब ये आपका मैंने बात सुन ले आपको पता ना मेरा टॉपिक छोड़ दो फेवरेट 49 नाम था मियां साहब ਹੁਣ ਗੱਲ ਜੇ ਖੁੱਲ ਹੀ ਗਈ ਹੈ ਤੇ ਤੁਹਾਨੂੰ ਸ਼ਰਮ ਨਹੀਂ ਆਈ ਜਦੋਂ ਤੁਹਾਨੂੰ ਪਤਾ ਹੈ ਸ਼ਰਾਰਤ ਨਾਲ 69 ਤੁਹਾਨੂੰ ਕਿਹਾ ਜਾਂਦਾ ਹੈ ਤੇ ਤੁਸੀਂ ਅੱਗੇ ਕੁਰਾਨ ਸ਼ਰਮ ਨਹੀਂ ਆਈ ਕਿ ਤੁਸੀਂ ਖੁਦਾ ਤੁਸੀਂ ਅਲੰਬੀਆ ਲਿਖ ਦਿੰਦੇ ਲੋਕ ਇਹ ਅਹਿਮਦ ਪੱਟੀ ਨੇ ਕਿਹਾ ਸੀ ਤੁਹਾਨੂੰ ਅਸੀਂ ਕਿਹਾ ਸੀ ਅਹਿਮਦ ਪੱਟੀ ਤੁਹਾਡਾ ਭਰਾ ਨਹੀਂ ਅਸੀਂ ਕਿਹਾ ਸੀ ਤੁਹਾਨੂੰ ਨਹੀਂ ਸੀ ਕਿਹਾ ਇਹ ਤੁਹਾਨੂੰ ਉਹਨੇ ਕਿਹਾ
ਮੈਂ ਲਾਵਾਂ ਇੱਥੇ ਵੀਡੀਓ, ਮੈਂ ਤੁਹਾਨੂੰ ਹੁਣੇ ਸੁਣਾ ਦੇਣੀ। ਜਿਹਨੇ ਕਿਹਾ ਸੀ ਮੀਆਂ ਚਾਟਾ ਮਸ਼ੀਨ, ਕਿਹਨੇ ਕਿਹਾ ਸੀ? ਅਹਿਮਦ ਪੱਟੀ ਨੇ ਕਿਹਾ। ਉਹ ਭਾਈ ਜ਼ਾਹਰ ਸਾਹਿਬ ਗੱਲ ਸੁਣ, ਇਸ ਉਮਰੇ ਵੀ ਸ਼ਰਮ ਨਹੀਂ ਆਉਂਦੀ ਮੀਆਂ ਸਾਹਿਬ ਤੁਹਾਨੂੰ ਪੁੱਛਣਾ ਜ਼ਾਦ ਭਾਈ ਪੂਰੀ ਰਿਕਾਰਡਿੰਗ ਮੌਜੂਦ ਹੈ ਕਿ ਭੱਟੀ ਨੇ ਇਹਨਾਂ ਨੂੰ ਕਿਹਾ ਸੀ ਮੀਆਂ 69 ਔਰ ਚਾਟਾ ਮਸ਼ੀਨ। ਅੱਛਾ ਛੱਡੋ ਮੀਰ ਭਾਈ, ਛੱਡ ਦਿਓ ਯਾਰ, ਮੀਰ ਭਾਈ ਛੱਡ ਦਿਓ। ਤੂੰ ਲਾ ਕੇ ਛੱਡ ਤੱਕ ਚਾਟੇ ਹੈਗੇ ਨੇ नीचे जाए। ले जी, ये थी ऑडियो, आप सब लोगों ने सुन ली। बिलाल भाई वहाँ पे बैठे थे, ये मैं हम 3 बंदे कॉल पर ये सारी जो गुफ्तगू हुई है वो आपको हमने सुनवा दी है। इसके बाद हाँ जी, राणा राशिद साहब की फरमाते हो तुसी ये देते? राणा राशिद साहब सुनी, किधर गए राणा राशिद साहब? सुनी तुसा सारी गल राणा राशिद साहब? अगर आप उसमें कमेंट चाहते हैं तो बीच में कोई ना। समझ नहीं आ रही आवाज थोड़ी। मैं ये कह रहा हूँ कि बीच में मुझे कोई इंटरप्ट ना करे तो मैं बात करूंगा। हाँ जी कर लो जी। कितनी की लंबी गल है जी इंटरप्शन का भी नाल धमकी दे रहे हो? 2 से 3 मिनट तो हो सकती है बात। ठीक है ठीक है। बात ये है कि मसला यहाँ करके फिर जाओगे तो नहीं ना, सुनोगे ना पूरी गल जेडी करोगे, फिर जाहिर सुनोगे ना। उम्मीद करो 2-3 मिनट छड़ के 4-5 मिनट करो, कोई मसला। मैं कोई डिबेट नहीं कर रहा, ना मैं किसी का वकील सफाई हूँ यहाँ पर, पहली बात। ठीक है, आपने नहीं मेरी एनी सिर्फ रिक्वेस्ट है भी करके आया ना आख दिया जे कि मैं हुण चलिया मैं करके, बस एनी ना कर दिया जे। मैनू नहीं पता तुसी केड़ी गल करनी है, मैं तुहाडे दिल दा हाल नहीं जानदा, लेकिन जेड़ी भी करोगे इखलाकी तकाजा है वे कि तुसी फिर ओदे बाद ओदा रिस्पांस भी सुनो। मैं नहीं जाता, मैं इंशाल्लाह ताला, मुझे देखिए आप सबको को एक बात पे एतमाद है कि मैं खुद किसी भी किस्म की कोई गुस्ताखी के अगेंस्ट हूँ, ये बात आप सब लोगों को पता है। अगर इतना तो सब बंदे ट्रस्ट कर सकते हैं मुझ पर, और ये आप ट्रस्ट करके मैं ये बात कर रहा हूँ। बहर ये जो बात आपने बयान की है, इसमें मेरी जो नाक़िस राय है, बात ये है